ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਕਬਿਤ ਨਾਨਾ ਭਾਂਤ ਆਪਸ ਮੈਂ ਕਰਤ ਵਿਚਾਰ ਸਿਧ। ਇਤੇ ਮਰਦਾਨਾ ਬੈਨ ਮੁਖ ਸੋ ਕਹਿਤ ਹੈ। ਸ੍ਰੀ ਪ੍ਰਭੂ ਮੁਕੰਦ ਦੁਖ ਦੁੰਦ ਕੇ ਨਿਕੰਦ। ਅਬ ਦੇਖੀਏ ਸੁਮੇਰ ਜਹਾਂ ਗੋਰਖ ਰਹਿਤ ਹੈ। ਨਾਨਾ ਭਾਂਤ ਆਪਸ ਮੈਂ ਕਰਤ ਵਿਚਾਰ ਸਿਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਇਸ ਕਲਯੁਗ ਦੇ ਸਮੇਂ ਦੇ ਅੰਦਰ ਜੋ ਪਾਵਨ ਪਵਿੱਤਰ ਨਿਰਮਲ ਪੰਥ ਖਾਲਸਾ ਪੰਥ ਮਹਾਰਾਜ ਨੇ ਪ੍ਰਚਲਿਤ ਕੀਤਾ ਹੈ, ਸਤਿਗੁਰੂ ਪਾਤਸ਼ਾਹ ਜੀ ਇਸ ਦਾ ਵਿਚਰ ਕੇ ਪ੍ਰਚਾਰ ਜਦੋਂ ਕੀਤਾ ਹੈ, ਜਿੱਥੇ ਹਜ਼ੂਰ ਪਾਤਸ਼ਾਹ ਜੀ ਸਮੁੰਦਰਾਂ ਦੇ ਕਿਨਾਰਿਆਂ ਤੇ ਸਮੁੰਦਰਾਂ ਦੇ ਟਾਪੂਆਂ ਵਿੱਚ ਪੁੱਜ ਕੇ ਜੋ ਛੋਟੇ ਛੋਟੇ ਰਾਜ ਸਨ, ਉਹਨਾਂ ਰਾਜਿਆਂ ਮਹਾਰਾਜਿਆਂ ਨੂੰ ਤੇ ਉਹਨਾਂ ਪ੍ਰਜਾ ਨੂੰ ਮਹਾਰਾਜ ਨੇ ਸਿੱਖਿਆ ਦੇ ਕੇ ਸਿੱਖ ਬਣਾਇਆ। ਤੇ ਇਹ 18 ਛੋਟੇ ਛੋਟੇ ਰਾਜ ਸਨ, ਅਸਾਮ ਆਦਿਕ ਤੇ ਇਹ ਬ੍ਰਹਮਾ ਆਦਿਕ ਦੇ ਟਾਪੂ ਆਦਿਕ। ਉਹ 18 ਰਾਜਾਂ ਦਾ ਇੱਕ ਨੂੰ ਸ਼੍ਰੋਮਣੀ ਬਣਾ ਕੇ ਮੇਰੇ ਸਤਿਗੁਰੂ ਨੇ ਬ੍ਰਹਮ ਗਿਆਨ ਬਖਸ਼ ਕਰਕੇ ਸਭਨਾਂ ਨੂੰ ਇਕੱਤਰ ਕੀਤਾ, ਏਕਤਾ ਦਾ ਦਾਨ ਬਖਸ਼ਿਸ਼ ਕੀਤਾ ਤੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਰਹੇ ਨੇ। ਉਸ ਵੇਲੇ ਗੁਰੂ ਸਾਹਿਬ ਦੇ ਸਨਮੁਖ ਜੋ ਰਿੱਧੀਆਂ ਸਿੱਧੀਆਂ ਵਾਲੇ ਇਹ ਸਿੱਧ ਲੋਕ ਸਨ, ਗੋਰਖਨਾਥ ਦੀ ਮੰਡਲੀ ਜਿਹੜੀ ਸੀ, ਨਾਥਾਂ ਤੇ ਸਿੱਧਾਂ ਦੀ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕੀਤੀ। ਫਿਰ ਜਾਏ ਪੜੇ ਚੜੇ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਗੁਰੂ ਪਾਤਸ਼ਾਹ ਜੀ ਸਮੇਰ ਪਰਬਤ ਤੇ ਪਹਾੜਾਂ ਤੇ ਗਏ ਹਨ, ਉੱਥੇ ਸਿੱਧ ਮੰਡਲੀ ਟਿਕੀ ਹੋਈ ਸੀ। ਮਹਾਰਾਜ ਨੇ ਜਾ ਕਰਕੇ ਉਸ ਨੂੰ ਦੇਖਿਆ ਤੇ ਵਿਚਾਰਾਂ ਕੀਤੀਆਂ ਹਨ। ਤਾਂ ਗੁਰੂ ਪਾਤਸ਼ਾਹ ਜੀ ਹੌਲੀ ਹੌਲੀ ਜਾਂਦੇ ਨੇ। ਪਹਿਲਾਂ ਹਜੂਰ ਜਾ ਕਰਕੇ ਊਨਾ ਪਰਬਤ ਤੇ ਬੈਠੇ ਨੇ,
ਬਾਰੋ ਵਾਰੀ ਸਿੱਧਾਂ ਨੇ ਆ ਕਰਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਗੋਰਖ ਨੇ ਸੋ ਕੱਲੇ ਕੱਲੇ ਨੂੰ ਵਲੰਟਰੀ ਬਣਾ ਕਰਕੇ ਭੇਜਿਆ ਹੈ ਵੀ ਜਾਓ ਕੋਈ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਾਂ ਵਾਪਸ ਕਰੋ ਤੇ ਜਾਂ ਮਹਾਰਾਜ ਨੂੰ ਆਪਣੀਆਂ ਸ਼ਕਤੀਆਂ ਨਾਲ ਗਿਆਨ ਦੀ ਚਰਚਾ ਦੇ ਨਾਲ ਜਿੱਤ ਕੇ ਤੇ ਮੇਰੇ ਪਾਸ ਲਿਆ ਕਰਕੇ ਮੇਰਾ ਚੇਲਾ ਬਣਾਓ। ਇਹਨਾਂ ਨੇ ਆਪਣੀਆਂ ਸ਼ਕਤੀਆਂ ਵਰਤੀਆਂ ਨੇ। ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਇਹਨਾਂ ਨੂੰ ਹਰ ਪੱਖ ਤੋਂ ਗਿਆਨ ਚਰਚਾ ਵਿੱਚ ਤੇ ਸ਼ਕਤੀਆਂ ਦੇ ਵਿੱਚ ਮਹਾਰਾਜ ਨਿਰੁੱਤਰ ਕੀਤਾ ਹੈ। ਇਹ ਸਿੱਧ ਜਿਹੜੇ ਨੇ ਸ਼ਰਮਿੰਦੇ ਹੋ ਕਰਕੇ ਵਾਪਸ ਆਉਂਦੇ ਰਹੇ। ਗੋਰਖ ਸਾਰਿਆਂ ਕੋਲੋਂ ਪੁੱਛਦਾ ਰਿਹਾ ਕਿਹੋ ਜਿਹਾ ਦੇਖਿਆ ਹੈ। ਸੋ ਮੰਗਲਨਾਥ ਸਿੱਧ ਜਿਹੜਾ ਸੀ ਇਹ ਕੁਛ ਨਿਮਰਤਾ ਵਾਲਾ ਤੇ ਰੱਬੀ ਗਿਆਨ ਵਾਲਾ ਸੀ। ਗੁਰੂ ਸਾਹਿਬ ਦੇ ਨਾਲ ਆ ਕੇ ਭਾਵਨਾ ਦੇ ਨਾਲ ਮਿਲਿਆ ਤੇ ਬੜਾ ਪ੍ਰਸੰਨ ਹੋਇਆ ਹੈ। ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਅਖੀਰ ਵਿੱਚ ਸੋ ਗੋਰਖਨਾਥ ਨੇ ਭਰਤਰੀ ਨੂੰ ਹੁਕਮ ਕੀਤਾ ਕਿ ਤੂੰ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਬੁਲਾ ਕੇ ਲਿਆ। ਭਰਤਰੀ ਕਿਉਂਕਿ ਸਾਹਿਬ ਗੁਰੂ ਨਾਨਕ ਮਹਾਰਾਜ ਦਾ ਸਿੱਖ ਬਣ ਚੁੱਕਾ ਸੀ, ਪਹਿਲਾ ਮਿਲਾਪ ਹੋ ਚੁੱਕਾ ਸੀ। ਤਾਂ ਭਰਤਰੀ ਨੇ ਆਣ ਕੇ ਗੁਰੂ ਸਾਹਿਬ ਦਾ ਬੜਾ ਸਤਿਕਾਰ ਕੀਤਾ ਹੈ ਤੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਤੁਸੀਂ ਸਮੇਰ ਪਰਬਤ ਤੇ ਪਹੁੰਚ ਕੇ ਸਿੱਧ ਮੰਡਲੀ ਨੂੰ ਦਰਸ਼ਨ ਦਿਓ। ਗੁਰੂ ਪਾਤਸ਼ਾਹ ਕਹਿੰਦੇ ਵੀ ਤੁਸੀਂ ਚਲੋ ਤੇ ਜਾ ਕਰਕੇ ਸਿੱਧਾਂ ਨੂੰ ਦੱਸ ਦਿਓ ਵੀ ਤੁਹਾਡੇ ਮਗਰੇ ਮਗਰ ਅਸੀਂ ਆ ਰਹੇ ਹਾਂ। ਹੁਣ ਜਿਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਸਮੇਰ ਪਰਬਤ ਦੀ ਚੋਟੀ ਤੇ ਜਿੱਥੇ ਸਿੱਧ ਲੋਕ ਆਪਣੀਆਂ ਸਮਾਧੀਆਂ ਲਾਈ ਬੈਠੇ ਸਨ, ਤਾਂ ਮਹਾਰਾਜ ਉੱਥੇ ਹੁਣ ਪਹੁੰਚਣਾ ਹੈ ਤੇ ਪਹੁੰਚ ਕੇ ਜੋ ਕੁਛ ਉੱਥੇ ਸਾਰੀ ਮੰਡਲੀ ਦੇ ਨਾਲ ਗੁਰੂ ਪਾਤਸ਼ਾਹ ਜੀ ਗਿਆਨ ਚਰਚਾ ਕਰਦੇ ਨੇ, ਕਰਾਮਾਤਾਂ ਸ਼ਕਤੀਆਂ ਦਾ ਮੁਕਾਬਲਾ ਕਰਕੇ ਤੇ ਜਿਸ ਤਰੀਕੇ ਨਾਲ ਉਹਨਾਂ ਤੇ ਜਿੱਤ ਪ੍ਰਾਪਤ ਕਰਦੇ ਹਨ, ਕਵੀ ਜੀ ਸੋਹਣੇ ਢੰਗ ਦੇ ਨਾਲ ਇਸ ਪ੍ਰਸੰਗ ਨੂੰ ਬਿਆਨ ਕਰ ਰਹੇ ਨੇ। ਆਓ ਪਿਆਰਪੂਰਵਕ ਪ੍ਰਸੰਗ ਦੀ ਲੜੀ ਵਿੱਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਕਬਿਤ ਨਾਨਾ ਭਾਂਤ ਆਪਸ ਮੈਂ ਕਰਤ ਵਿਚਾਰ ਸਿੱਧ। ਤੋ ਜਿਸ ਵੇਲੇ ਇਹ ਸੁਨੇਹਾ ਮਿਲ ਗਿਆ, ਸਾਰੇ ਸਿੱਧ ਜਿਹੜੇ ਹਨ ਆਪੋ ਵਿੱਚ ਹੁਣ ਮਿਲ ਕੇ ਅਨੇਕ ਪ੍ਰਕਾਰ ਦੀਆਂ ਵਿਚਾਰਾਂ ਕਰਦੇ ਹਨ। ਇਤੇ ਮਰਦਾਨਾ ਬੈਨ ਮੁਖ ਸੋ ਕਹਿਤ ਹੈ। ਤੇ ਇਧਰ ਮਰਦਾਨਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ। ਦੱਸਿਆ ਵੀ ਮਹਾਰਾਜ ਸਮੇਰ ਪਰਬਤ ਦੇ ਨੇੜੇ ਮੀਨਾ ਪਹਾੜ ਹੈ ਤੇ ਉੱਥੇ ਮਹਾਰਾਜ ਬੈਠੇ ਸਨ। ਸ੍ਰੀ ਪ੍ਰਭੂ ਮੁਕੰਦ ਦੁਖ ਦੁੰਦ ਕੇ ਨਿਕੰਦ। ਇਹ ਮੁਕਤੀ ਦੇ ਦਾਤਾ ਧੰਨ ਸਤਿਗੁਰੂ ਮਹਾਰਾਜ ਜੀਓ। ਅਬ ਦੇਖੀਏ ਸਮੇਰ ਜਹਾਂ ਗੋਰਖ ਰਹਿਤ ਹੈ। ਮਹਾਰਾਜ ਚਲੋ ਚੱਲ ਕੇ ਦੇਖੀਏ ਵੀ ਗੋਰਖ ਕਿਹੋ ਜਿਹੇ ਟਿਕਾਣੇ ਤੇ ਰਹਿੰਦਾ। ਸਮੇਰ ਪਰਬਤ ਦੇ ਚੱਲ ਕੇ ਦੇਖੀਏ ਮਹਾਰਾਜ। ਬੇਦੀ ਬੰਸ ਤਾਲ ਕੇ ਕਮਲ ਸੋਨ ਬੋਲੇ ਤਬੈ। ਧੰਨ ਮੇਰੇ ਸਤਿਗੁਰੂ ਬੇਦੀ ਬੰਸ ਰੂਹ ਸਰੋਵਰ ਦੇ ਕਮਲ ਦੀ ਨਿਆਂ ਸ਼੍ਰੋਮਣੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਦਾ ਬਚਨ ਸੁਣ ਕਰਕੇ ਜਵਾਬ ਦਿੰਦੇ ਹਨ। ਕਹਿੰਦੇ ਨੇ ਚਲੋ ਮਰਦਾਨਾ ਦੇਖ ਦੇਖਿਓ ਜੋ ਚਾਹਤ ਹੈ। ਚੱਲ ਬਈ ਮਰਦਾਨਾ ਜੋ ਦੇਖਣਾ ਚਾਹੁੰਦਾ ਹੁਣ ਚੱਲ ਕੇ ਵੇਖ ਹੀ ਲਈਏ ਵੀ ਸਿੱਧਾਂ ਦਾ ਕੀ ਹਾਲ ਚਾਲ ਹੈ, ਚੰਗੀ ਤਰ੍ਹਾਂ ਦੇਖਦੇ ਹਾਂ। ਐਸੇ ਕਹਿ ਗਏ ਹੈ ਸੁਮੇਰ ਪਰ ਤਾਤਕਾਲ। ਝੱਟ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਸੋ ਸਮੇਰ ਪਰਬਤ ਤੇ ਪਹੁੰਚ ਗਏ ਹਨ। ਜਹਾਂ ਸਿੱਧ ਮੰਡਲੀ ਸੋ ਗੋਰਖ ਸਹਿਤ ਹੈ। ਜਿੱਥੇ ਸਾਰੀ ਹੀ ਸਿੱਧ ਮੰਡਲੀ ਗੋਰਖ ਦੇ ਸਮੇਤ ਸੋ 9 ਨਾਥ 84 ਸਿੱਧਾਂ ਦੀ ਗਿਣਤੀ ਗਿਣੀ ਜਾਂਦੀ ਹੈ, ਸਾਰੇ ਬੈਠੇ ਸਨ। ਕਬਿਤ ਕਰੇ ਨਿਜ ਗਿਆਨ ਕੋ ਬਖਾਨ ਜਿਹ ਥਾਨ ਬੈਸੇ। ਜਿੱਥੇ ਬੈਠੇ ਹੋਏ ਆਪੋ ਆਪਣਾ ਗਿਆਨ ਜਿਹੜਾ ਸੀ ਇੱਕ ਦੂਜੇ ਨੂੰ ਦੱਸ ਰਹੇ ਸਨ। ਨਾਨਕ ਜੀ ਜਾਏ ਕੈ ਆਦੇਸ਼ ਹੈ ਉਚਾਰਿਆ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਪਹੁੰਚੇ ਨੇ ਤੇ ਜਾ ਕੇ ਗੁਰੂ ਸਾਹਿਬ ਨੇ ਆਦੇਸ਼ ਕਿਹਾ। ਸਿੱਧਾਂ ਦੀ ਬੋਲੀ ਵਿੱਚ ਨਮਸਕਾਰ ਆਦੇਸ਼ ਆਖਦੇ ਆ। ਅਸੀਂ ਨਮਸਕਾਰ ਜੇ ਕਹੀਏ ਤੇ ਉਹ ਆਦੇਸ਼ ਕਹਿੰਦੇ ਹਨ। ਗੋਰਖ ਕਹਿਤ ਆਦ ਪੁਰਖ ਆਦੇਸ਼ ਬਾਲੇ। ਤੋ ਗੋਰਖ ਨੇ ਜਦੋਂ ਸੁਣਿਆ ਤੇ ਹੁਣ ਗੁਰੂ ਨਾਨਕ ਸਾਹਿਬ ਨੂੰ ਗੋਰਖ ਪਹਿਲਾਂ ਮਿਲ ਚੁੱਕਾ ਸੀ, ਪਤਾ ਸੀ ਗੁਰੂ ਨਾਨਕ ਦੇ ਬੋਲਣੇ ਦਾ, ਤੇ ਕਹਿੰਦਾ ਹੈ ਭਈ ਅਕਾਲ ਪੁਰਖ ਨੂੰ ਆਦੇਸ਼ ਹੋਵੇ ਬਾਲਕ ਜੀ ਆ ਜਾਓ। ਗੁਰੂ ਨਾਨਕ ਸਾਹਿਬ ਦੀ ਉਮਰ ਛੋਟੀ ਸੀ, ਸਰੀਰ ਨੂੰ ਦੇਖਿਆ ਇਹਨਾਂ ਨੇ, ਸ਼ਕਤੀ ਤੇ ਬਾਅਦ ਚ ਦੇਖਣਗੇ। ਆਓ ਬੈਠ ਮੇਰੇ ਢਿਗ ਅਤ ਸਤਕਾਰਿਆ। ਬੜਾ ਸਤਕਾਰ ਕੀਤਾ। ਗੋਰਖਨਾਥ ਕਹਿੰਦਾ ਆਓ ਜੀ ਮੇਰੇ ਪਾਸ ਬੈਠੋ। ਹੁਣ ਗੋਰਖ ਦਾ ਇਹ ਕਹਿਣਾ ਕਿ ਅਕਾਲ ਪੁਰਖ ਕੋ ਆਦੇਸ਼, ਇਹਦਾ ਮਕਸਦ ਹੈ ਧੰਨ ਗੁਰੂ ਨਾਨਕ ਮਹਾਰਾਜ ਦਾ ਬਚਨ ਮੰਨ ਕੇ ਇਸ ਨੇ ਆਪਣੇ ਆਪ ਨੂੰ ਨਿਮਰਤਾ 'ਚ ਲੈ ਆਂਦਾ। ਗੁਰੂ ਪਾਤਸ਼ਾਹ ਜੀ ਦਾ ਬਚਨ ਇਸ ਨੇ ਮੰਨ ਲਿਆ ਵੀ ਅਕਾਲ ਪੁਰਖ ਨੂੰ ਆਦੇਸ਼। ਪਹਿਲਾਂ ਤੇ ਆਪਣੇ ਆਪ 'ਚ ਬਣੇ ਸੀ ਨਾ, ਫਿਰ ਇਹਨਾਂ ਨਿਮਰਤਾ ਧਾਰੀ ਹੈ। ਮਨ ਮੈਂ ਵਿਚਾਰੇ ਮਤ ਹਮਰੋ ਜੇ ਧਾਰੇ ਇਹ। ਤੇ ਇਹ ਮਨ 'ਚ ਕੀ ਸੋਚਦਾ ਗੋਰਖਨਾਥ ਵੀ ਜੇਕਰ
ਜਿਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਕਿ ਐਸਾ ਜੋਗੀ ਕਲੀ ਮੇ ਹਮਰੇ ਪੰਥ ਕਰੇ ਉਜੀਆਲਾ। ਸੋ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵਿਆ ਬਾਲਾ। ਇਹ ਬਾਲਕਾ ਕਿਤੇ ਨਾ ਸਾਡਾ ਚੇਲਾ ਜੋਗੀ ਬਣ ਜੇ ਨਾ ਤੇ ਸਾਰੀ ਦੁਨੀਆ ਵਿੱਚ ਸਾਡਾ ਬਹੁਤ ਜਸ ਫੈਲਾ ਦੂਗਾ। ਜਗਤ ਬਿਥਾਰੇ ਜਸ ਭੂਰ ਹੀ ਪੁਜਾਰਿਆ। ਤੋ ਕਹਿੰਦੇ ਸੰਸਾਰ ਵਿੱਚ ਸਾਡੇ ਪੰਥ ਦਾ ਬੜਾ ਪ੍ਰਚਾਰ ਕਰੂਗਾ ਤੇ ਬਹੁਤ ਭਾਰੀ ਪੂਜਾ ਕਰਾ ਦੂਗਾ ਸਾਡੀ। ਐਸੇ ਭਰਥਰੀ ਸੰਗ ਬੋਲਿਓ ਲਿਆਓ ਪਿਆਲਾ ਜਾਏ। ਤੇ ਇਉਂ ਮਨ ਵਿੱਚ ਵਿਚਾਰਾਂ ਕਰਦਾ ਗੋਰਖ ਤੇ ਭਰਥਰੀ ਨੂੰ ਕਿਹਾ ਵੀ ਭਰਥਰੀ ਨਾਥ ਜਾਓ ਜਾ ਕਰਕੇ ਕਹਿੰਦੇ ਲਿਆਓ ਆਪਣਾ ਵੀ ਪਿਆਲਾ ਮਸਤੀ ਦਾ। ਨਾਨਕ ਕੋ ਦੇਹੋ ਲਿਵ ਲਾਗੇ ਮਤ ਵਾਰਿਆ। ਤੇ ਨਾਨਕ ਜੀ ਨੂੰ ਲਿਆ ਕੇ ਪਿਆਲਾ ਦਿਓ ਸ਼ਰਾਬ ਦਾ, ਜਿਹਨੂੰ ਪੀ ਕਰਕੇ ਨਾ ਮਤਵਾਲਾ ਹੋ ਕਰਕੇ ਮਸਤ ਹੋ ਕੇ ਬੜੀ ਲਿਵ ਜੁੜਦੀ ਹੈ। ਕਬਿਤ ਆਨਿਓ ਤਬ ਧਾਏ ਗੁਰੂ ਅਗਰਜ ਬਨਾਏ ਰਾਖਿਓ। ਤੋ ਬੜੀ ਸੋਹਣੇ ਤਰੀਕੇ ਨਾਲ ਪਿਆਲਾ ਭਰ ਕੇ ਲਿਆਣ ਕੇ ਗੁਰੂ ਸਾਹਿਬ ਦੇ ਸਾਹਮਣੇ ਬਣਾ ਕੇ ਰੱਖ ਦਿੱਤਾ ਹੈ। ਹੋ ਜੈ ਮਤ ਵਾਲਾ ਬਲ ਜਾਂ ਕੋ ਅਬ ਪੀਜੀਏ। ਕਹਿੰਦੇ ਲਓ ਜੀ ਆ ਪਿਆਲਾ ਛਕੋ ਸਿੱਧਾਂ ਦਾ ਤੇ ਤੁਸੀਂ ਮਸਤ ਹੋ ਜਾਓਗੇ। ਸ੍ਰੀ ਗੁਰ ਬਖਾਨੀ ਇਹ ਕੈਸੇ ਆਨਿਓ ਪਾਣੀ ਤੁਮ। ਮਹਾਰਾਜ ਕਹਿੰਦੇ ਪਾਣੀ ਜਾ ਕਿੱਥੋਂ ਲਿਆਂਦਾ ਸਾਡੇ ਮੂਹਰੇ ਭਾਈ। ਗੋਰਖ ਕਹਿਤ ਪੀਵ ਲਿਵ ਕੋ ਲਗੀਜੀਐ। ਗੋਰ ਕਹਿੰਦਾ ਇਹਦਾ ਮੁਸ਼ਕ ਨਾ ਦੇਖੋ ਤੁਸੀਂ ਪੀਵੋ ਸੇ ਦੇਖੋ ਕਿੰਨਾ ਲਿਵ ਜੁੜਦੀ ਆ। ਸੀਸ ਹੂੰ ਤੇ ਕਾਲ ਟਰੇ ਭੂਖ ਪਿਆਸ ਦੋ ਹਰੈ। ਨਾ ਭੁੱਖ ਲੱਗੂ ਨਾ ਪਿਆਸ ਲੱਗੂ, ਸਿਰ ਤੋਂ ਕਾਲ ਵੀ ਤੁਰ ਜਾਏਗਾ ਦੂਰ, ਚੇਤਾ ਹੀ ਨਹੀਂ ਰਹਿਣਾ ਮੈਂ ਕਿੱਥੇ ਆਂਗਾ, ਕਾਲ ਨੇ ਕੀ ਕਰਨਾ ਫਿਰ। ਤੀਨੋਂ ਤਾਪ ਨਾਸ ਕਰੇ ਚੌਥੇ ਪਦ ਭੀਜੀਐ। ਤਿੰਨੇ ਤਾਪ ਤੁਹਾਡੇ ਨਿਵ ਚੌਥੇ ਤੁਰਿਆ ਪਦ ਵਿੱਚ ਲਿਵ ਜੁੜ ਜੂਗੀ ਜੀ। ਬਿਸਰੇ ਜੋ ਮੇਰੀ ਤੇਰੀ ਰਿੱਧ ਸਿੱਧ ਹੋਏ ਚੇਰੀ। ਰਿੱਧੀਆਂ ਸਿੱਧੀਆਂ ਚੇਲਾ ਬਣ ਜਾਣਗੀਆਂ, ਮੇਰ ਤੇਰ ਸਾਰੀ ਮਨ ਚੋਂ ਦੂਰ ਹੋ ਜਾਊਗੀ। ਸੁਨੀਏ ਕਨੇਰੀ ਧੁਨ ਅਮਰ ਹੋਵੀਜੀਐ। ਤੋ ਤੁਸੀਂ ਮਸਤੀ ਵਿੱਚ ਕਹਿੰਦੇ ਫਿਰ ਇੱਕ ਧੁਨ ਸੁਣੋ। ਇਹ ਜੋਗੀ ਲੋਕ ਮਹਾਂਪੁਰਖ ਦੱਸਦੇ ਕੰਨਾਂ ਦੀ ਘੂੰ ਘੂੰ ਸੁਣ ਕੇ ਕਹਿੰਦੇ ਸਾਡਾ ਆਨੰਦ ਵੱਜਦਾ। ਤੋ ਕਹਿੰਦੇ ਘੂੰ ਘੂੰ ਇਸ ਪ੍ਰਕਾਰ ਸੁਣੋ ਲਿਵ ਲੱਗ ਜਾਂਦੀ ਹੈ। ਸਵਈਆ ਸ੍ਰੀ ਗੁਰ ਬੂਝਤ ਕੌਣ ਵਿਧੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਗੱਲ ਏਦਾਂ ਹੈ, ਪਰ ਕਿਹੜਾ ਤਰੀਕਾ ਹੈ ਤੁਹਾਡਾ। ਤੁਮ ਕਾਢ ਲਿਓ ਮਦ ਦੇਹੋ ਬਤਾਈ। ਸਾਨੂੰ ਪਤਾ ਇਹ ਸ਼ਰਾਬ ਹੈ, ਉਹ ਕਿਹੜੇ ਤਰੀਕੇ ਨਾਲ ਕੱਢੀ ਆ ਸਾਨੂੰ ਦੱਸੋ ਤਾਂ ਸਹੀ। ਝੰਗਰ ਭਾਖੇ ਕਰੀ ਭੱਠਿਆ। ਤੋ ਕਹਿੰਦੇ ਨੇ ਇਸ ਪ੍ਰਕਾਰ ਝੰਗਰਨਾਥ ਕਹਿੰਦਾ ਮਹਾਰਾਜ ਭੱਠੀਆ, ਕਹਿੰਦੇ ਮਹਾਰਾਜ ਪਹਿਲਾਂ ਭੱਠੀ ਬਣਾਈ ਅਸੀਂ। ਚਿਤ ਲਾਹਣ ਕੋ ਕਰ ਕੈ ਕਸ ਪਾਈ। ਤੇ ਕਹਿੰਦੇ ਲਾਹਣ ਜਿਹੜੀ ਹੈ ਚੰਗੀ ਤਰ੍ਹਾਂ ਤਿਆਰ ਕੀਤੀ, ਵਿੱਚ ਕਿੱਕਰ ਦਾ ਸੱਕ ਪਾਇਆ ਹੈ। ਪਾਵਕ ਜਾਰ ਕੇ ਲਾਏ ਨਲੀ। ਜਦੋਂ ਲਾਹਣ ਤਿਆਰ ਹੋ ਗਈ ਫਿਰ ਕਹਿੰਦੇ ਨੇ ਅੱਗ ਬਾਲ ਕੇ ਉਹਦੇ ਥੱਲੇ ਭਾਂਡੇ ਦੇ ਤੇ ਉੱਤੇ ਨਲੀ ਲਾਤੀ, ਨਾਲੀ ਲਾ ਦਿੱਤੀ ਸ਼ਰਾਬ ਕੱਢਣ ਨੂੰ। ਘਟ ਤੋਂ ਮਦ ਕੀ ਸੁਭ ਧਾਰ ਚਵਾਈ। ਘੜੇ ਦੇ ਵਿੱਚੋਂ ਫਿਰ ਇਸ ਪ੍ਰਕਾਰ ਜਿਹੜੀ ਭਾਫ ਬਣ ਕਰਕੇ ਉੱਡਦੀ ਉਹਨੂੰ ਠੰਡੀ ਕਰਕੇ ਜਦ ਨਾਲੀ ਚੋਂ ਧਾਰ ਚੋਂਦੀ, ਕਹਿੰਦੇ ਇਉਂ ਅਸੀਂ ਕਹਿੰਦੇ ਸ਼ਰਾਬ ਕੱਢੀ ਆ। ਪੀਵਤ ਹੀ ਦੁਖ ਸੁਖ ਸਮਾਨ। ਤਾਂ ਕਹਿੰਦੇ ਪੀਂਦਿਆਂ ਸਾਰ ਹੀ ਸਭ ਦੁੱਖ ਸੁੱਖ ਬਣ ਜਾਂਦੇ ਹਨ, ਸਭ ਚੇਤਾ ਭੁੱਲ ਜਾਂਦਾ ਦੁੱਖਾਂ ਦਾ। ਲੱਗੀ ਲਿਵ ਜੋ ਕਬ ਡੋਲ ਨਾ ਜਾਈ। ਇਹੋ ਜਿਹੀ ਲਿਵ ਲੱਗ ਜਾਂਦੀ ਫਿਰ ਡੋਲਦੀ ਨਹੀਂ ਹੈ। ਇਹ ਹੁਣ ਇਹਨਾਂ ਨੂੰ ਇੰਨਾ ਕੀ ਪਤਾ ਹੈ, ਤੇ ਵਿਚਾਰੇ ਜਿਹੜੇ ਆ ਨਾ ਸੋ ਇਹ ਲੋਕ ਦੇਖਿਆ ਜੇ ਭਾਈ ਰਾਤ ਨੂੰ ਪਹਿਲੇ ਸਵੇਰ ਨੂੰ ਵਿਚਾਰੇ ਡਿੱਗਦੇ ਫਿਰਦੇ ਹੁੰਦੇ ਨੇ, ਸਭ ਕੁਝ ਹੀ ਟੁੱਟ ਜਾਂਦੀ ਹੈ, ਸਰੀਰ ਵੀ ਟੁੱਟ ਜਾਂਦਾ ਹੈ। ਦੋਹਰਾ ਕਮਲ ਬਦਨ ਸਭ ਸੁਖ ਸਦਨ। ਸੁੱਖਾਂ ਦੇ ਘਰ ਕਮ ਸ੍ਰੀਖੇ ਮੁਖ ਵਾਲੇ ਧੰਨ ਗੁਰੂ ਨਾਨਕ ਮਹਾਰਾਜ ਜੀ ਸਾਰੀ ਗੱਲ ਸੁਣੀ ਹੈ। ਸੁਨ ਕਰ ਤਿਨ ਅਸ ਬੈਨ। ਉਹਨਾਂ ਦੇ ਇਹੋ ਜਿਹੇ ਬਚਨ ਜਦੋਂ ਸੁਣੇ ਤਾਂ ਬੋਲੇ ਮਦ ਕੀ ਜੁਗਤ ਸੋ। ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਦੱਸਦੇ ਹਾਂ, ਸ਼ਰਾਬ ਤਾਂ ਅਸੀਂ ਵੀ ਪੀਂਦੇ ਹਾਂ ਪਰ ਫਰਕ ਬਹੁਤ ਹੈ। ਕਹਿੰਦੇ ਆਓ ਤੁਹਾਨੂੰ ਅਸੀਂ ਜੁਗਤੀ ਦਾ ਅਸੀਂ ਕੀ ਸਕਦੇ ਹਾਂ। ਜੋ ਦਾਸਨ ਗਤ ਦੈਨ। ਜੋ ਕਿ ਸੇਵਕਾਂ ਨੂੰ ਮੁਕਤੀ ਦੇਣ ਵਾਲੀ ਹੈ, ਤੁਹਾਨੂੰ ਉਹ ਅਸੀਂ ਜੁਗਤੀ ਦੱਸਦੇ ਹਾਂ, ਸੁਣੋ। ਆਸਾ ਮਹੱਲਾ ਪਹਿਲਾ। ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਦਾ ਬਚਨ ਹੈ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਹਰਲੇ ਬਚਨ ਹਨ ਇਹ। ਗਿਆਨ ਧਿਆਨ ਕੀ ਲਾਹਣ ਮਾਂਡੀ। ਮਹਾਰਾਜ ਕਹਿੰਦੇ ਦੇਖੋ ਪਰਮੇਸ਼ਵਰ ਦਾ ਗਿਆਨ ਪ੍ਰਾਪਤ ਕਰਕੇ ਤੇ ਜਿਹੜਾ ਵਾਹਿਗੁਰੂ ਪਰਮੇਸ਼ਰ 'ਚ ਧਿਆਨ ਜੋੜਨਾ ਨਾ, ਇਹ ਲਾਹਣ ਬਣਾਈ ਆ ਅਸੀਂ, ਗਿਆਨ ਤੇ ਧਿਆਨ। ਕਹਿੰਦੇ ਸਾਡੀ ਲਾਹਣ ਤਾਂ ਇਹ ਹੈ ਕਰਨੀ ਕੀ ਕਸ ਪਾਈ। ਤੇ ਜਿਹੜੀ ਸੋ ਗਿਆਨ ਦੀ ਪ੍ਰਾਪਤੀ ਲਈ ਧਿਆਨ ਸ਼ਬਦ ਵਿੱਚ ਜੋੜਨਾ, ਇਹ ਜਿਹੜੀ ਕਰਨੀ ਭਗਤੀ ਹੈ। ਮਹਾਰਾਜ ਕਹਿੰਦੇ ਇਹ ਜਿਹੜੀ ਹੈ ਅਸੀਂ ਸੱਕ ਪਾਇਆ ਕਿ ਕਰਦਾ ਇਹਦੇ ਵਿੱਚ
ਸਾਡੀ ਕਰਨੀ ਹੀ ਜਿਹੜੀ ਉਹ ਕਸ ਹੈ। ਭਾਉ ਭਾਠੀ ਮੈਂ ਪ੍ਰੇਮ ਸਮਾਣਾ। ਤੋ ਮਹਰ ਕਹਿੰਦੇ ਭਾਵਨਾ ਰੂਪ ਭੱਠੀ ਹੈ ਤੇ ਪ੍ਰੇਮ ਉਹਦੇ ਵਿੱਚ ਸਮਾਇਆ ਸੀ। ਭਾਵਨਾ ਤੇ ਪ੍ਰੇਮ ਸ਼ੁਭ ਗੁਣ ਸਾਰੇ ਮਹਰ ਕਹਿੰਦੇ ਇਹ ਹਨ। ਬ੍ਰਹਮ ਕੀ ਅਗਨ ਜਲਾਈ। ਤੇ ਅਸੀਂ ਬ੍ਰਹਮ ਅਭਿਆਸ ਦੀ ਅਗਨੀ ਜਲਾਈ ਹੈ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ, ਕਬੀਰ ਜੀ ਨੇ ਵੀ ਕਿਹਾ, ਬ੍ਰਹਮ ਅਗਨ ਸਹਜੇ ਪਰ ਜਾਲੀ, ਇੱਕ ਹੈ ਚੋਟ ਸਜਾਇਆ। ਤੇ ਇਹ ਜਿਸ ਵੇਲੇ ਕਹਿੰਦੇ ਜਿਹੜਾ ਜਾਪ ਹੈ, ਜਾਪ ਕਰਦਿਆਂ ਕਰਦੇ ਤਪ ਬਣ ਜਾਂਦਾ ਹੈ। ਪਰਮੇਸ਼ਵਰ ਦੇ ਨਾਮ ਦਾ ਅਭਿਆਸ ਜਿਹੜਾ ਕਰਨਾ ਹੈ, ਸਿਮਰਨ ਕਰਨਾ ਹੈ, ਇਹੋ ਹੀ ਤਪੱਸਿਆ ਦੀ ਅਗਨੀ ਬਣ ਜਾਂਦੀ ਹੈ। ਸਿੱਧੋ ਹਮ ਮਦ ਕੇ ਮਾਤੇ ਨਾਹੀ। ਮਹਾਰਾਜ ਕਹਿੰਦੇ ਸਿੱਧੋ ਆ ਤੁਹਾਡੇ ਝੂਠੀ ਸ਼ਰਾਬ ਦੇ ਪਿਆਲੇ ਦੇ ਮਸਤੀ ਵਾਲੇ ਨਹੀਂ ਅਸੀਂ। ਜੋ ਮਤ ਵਾਲੇ ਮਦ ਕੇ। ਜਿਹੜੇ ਅਸਲੀ ਭਗਤੀ ਰੂਪ ਸ਼ਰਾਬ ਦੇ ਜਿਹੜੇ ਮਾਤੇ, ਸੋ ਇਸ ਪ੍ਰਕਾਰ ਮਤ ਵਾਲੇ ਹਨ। ਕਿਨ ਮਤ ਵਾਲਿਓ ਮਾਹੀ। ਹਾਂ ਕਹਿੰਦੇ ਤੁਸੀਂ ਕਿਹੜੇ ਮਤ ਵਾਲਿਆਂ ਮਸਤਾਂ ਵਿੱਚੋਂ ਮਸਤ ਹੋ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਸੁਰਤ ਨਲੀ ਭਾਉ ਬਾਸਨ। ਤਾਂ ਕਹਿੰਦੇ ਨੇ ਅਸੀਂ ਆਪਣੀ ਸੁਰਤ ਦੀ ਨਾਲੀ ਬਣਾਈ। ਬੜਾ ਸੁੰਦਰ ਪ੍ਰਕਰਨ ਹੈ। ਆਪਣੀ ਸੁਰਤ ਦੀ ਨਾਲੀ ਬਣਾਈ ਹੈ ਤੇ ਇਸ ਪ੍ਰਕਾਰ ਭਾਉ ਬਾਸਨ ਕੀਨਾ। ਤੇ ਭਾਉ ਜਿਹੜਾ ਪ੍ਰੇਮ ਹੈ ਇਹੋ ਹੀ ਬਰਤਨ ਬਣਾਇਆ ਭਾਵਨਾ ਦਾ। ਅੰਤਰ ਧਾਰ ਚਵਾਈ। ਤੇ ਇਉਂ ਅਸੀਂ ਸੁਰਤ ਜੋੜ ਕਰਕੇ ਤੇ ਭਾਵਨਾ ਦੇ ਬਰਤਨ ਵਿੱਚ ਹੀ ਕਹਿੰਦੇ ਨੇ, ਪ੍ਰੇਮ ਦੇ ਬਰਤਨ ਵਿੱਚ ਜਿਹੜਾ ਨਾ, ਸੋ ਇਸ ਪ੍ਰਕਾਰ ਤੁਸੀਂ ਸ਼ਰਾਬ ਚਵਾਉਂਦੇ ਹੋ, ਅਸੀਂ ਵਾਹਿਗੁਰੂ ਪਰਮੇਸ਼ਵਰ ਦੇ ਬ੍ਰਹਮਾਨੰਦ ਨੂੰ ਚਵਾਉਂਦੇ ਆ। ਇਹ ਸਾਨੂੰ ਦਾਤ ਮਿਲਦੀ ਹੈ। ਦਇਆ ਸੁਰਾਹੀ ਸਹਿਜ ਪਿਆਲਾ। ਕਹਿੰਦੇ ਨੇ ਫਿਰ ਦਇਆ ਦੀ ਸੁਰਾਹੀ ਵਿੱਚ ਅਸੀਂ ਪਾਉਨੇ ਆ ਆਪਣੀ ਸ਼ਰਾਬ ਜਿਹੜੀ ਹੈ। ਤੇ ਫਿਰ ਸੋ ਦਇਆ ਦੀ ਸੁਰਾਹੀ ਬਣਾ ਕਰਕੇ ਤੇ ਜਿਹੜਾ ਨਾ ਇਸ ਪ੍ਰਕਾਰ ਸਹਿਜ ਦਾ ਪਿਆਲਾ ਜਿਹੜਾ ਫਿਰ ਉਹ ਵਰਤਾਉਨੇ ਆ, ਜਿਹਨੂੰ ਅਸੀਂ ਸੁਰਤ ਜਿਹਦੀ ਜੋੜ ਦਈਏ, ਸਹਿਜ ਅਵਸਥਾ ਚ ਲੀਨ ਕਰ ਦਈਦਾ, ਪਿਆਲਾ ਵਰਤਾਉਨੇ ਆ ਅਸੀਂ। ਗੁਰਮਤ ਪੀਵੋ ਭਾਈ। ਭਰਾਓ ਇੰਜ ਕਰੋ, ਸਿੱਧੋ ਭਰਾ ਹੀ ਹੋ ਨਾ ਸਾਡੇ, ਇੰਜ ਕਰੋ ਤੁਸੀਂ ਗੁਰੂ ਦੀ ਮਤ ਧਾਰ ਕਰਕੇ ਆਹ ਸ਼ਰਾਬ ਪੀਆ ਕਰੋ, ਝੂਠੀ ਸ਼ਰਾਬ ਛੱਡ ਦਿਓ। ਗੁਰਮਤ ਨਾਮ ਫਿਰੈ ਮਤ ਵਾਲਾ। ਭਾਈ ਗੁਰਮਤ ਵਿੱਚ, ਗੁਰੂ ਦੀ ਮਤ ਵਿੱਚ ਜੋ ਨਾਮ ਦਾ ਪਿਆਲਾ ਪ੍ਰਾਪਤ ਕਰੀਦਾ ਹੈ। ਸਾਹਿਬ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਕੀਤਾ, ਜਦੋਂ ਕਹਿੰਦੇ ਹਜੂਰ ਅਕਾਲ ਪੁਰਖ ਪਰਮੇਸ਼ਵਰ ਦੇ ਸੱਦੇ ਤੋਂ ਸੱਚਖੰਡ ਵਿੱਚ ਗਏ ਨਾ, ਕਹਿੰਦੇ ਫਿਰ ਸਾਨੂੰ ਮਾਲਕ ਵਾਹਿਗੁਰੂ ਨਾਮ ਦਾ ਪਿਆਲਾ ਲਿਆਂਦਾ। ਸਾਨੂੰ ਉਹ ਨਾਮ ਦਾ ਪਿਆਲਾ ਪੀਤਾ ਉੱਥੇ। ਤੇ ਉਹੀ ਗੱਲਾਂ ਮੇਰੇ ਸਤਿਗੁਰੂ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਸਿੱਧੋ ਇਹ ਜਿਹੜੀ ਅਸੀਂ ਭਗਤੀ ਦੀ ਸ਼ਰਾਬ ਪੀਨੇ ਆ ਨਾ, ਇਹ ਹੈ ਸਦਾ ਮੁਕਤ ਦੇਣ ਵਾਲੀ। ਏਕ ਰੰਗ ਮਹਿ ਖੇਲੈ। ਫਿਰ ਇੱਕੋ ਹੀ ਰੰਗ ਆਨੰਦ ਵਿੱਚ, ਪਰਮੇਸ਼ਵਰ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਮਨ, ਜੀਵਨ ਜਿਹੜਾ ਹੈ ਉਹ ਫਿਰ ਖੇਲ ਦਾ ਆਨੰਦ ਮਾਣਦਾ ਹੈ। ਜਹ ਦੇਖੈ ਤਹ ਏਕ ਸਰੂਪੀ। ਤੇ ਫਿਰ ਜਹ ਜਹ ਪੇਖੋ ਤਹ ਹਜੂਰ, ਜਿੱਧਰ ਵੀ ਦੇਖੇ ਫਿਰ ਇੱਕੋ ਹੀ ਬ੍ਰਹਮ ਹੀ ਰੂਪ ਦਿਸਦਾ ਹੈ। ਪਰਮੇਸ਼ਵਰ ਦੀ ਹੀ ਜੋਤ ਸਭ ਪਾਸੇ ਦਰਸ਼ਨ ਦਿੰਦੀ ਹੈ। ਮਾਰਗ ਪਾਇਆ ਚੇਲੇ। ਇਸ ਪ੍ਰਕਾਰ ਚੇਲੇ ਬਣ ਕੇ ਨਾ ਏਕ ਓੰਕਾਰ ਦੇ ਗੁਰੂ ਦੇ, ਤੇ ਕਹੇ ਇਉਂ ਅਸੀਂ ਮਾਰਗ ਜਿਹੜਾ, ਤੁਸੀਂ ਜੋਗ ਦਾ ਮਾਰਗ, ਸਾਡਾ ਆਹ ਮਾਰਗ ਹੈ, ਅਸੀਂ ਉਹਦੇ ਚੇਲੇ ਹਾਂ। ਨਿਭੀ ਖੇਪ ਹਮਾਰੀ। ਤੇ ਸਾਡੀ ਖੇਪ ਜੋ ਵੀ ਇਸ ਪ੍ਰਕਾਰ ਭਗਤੀ ਵਾਸਤੇ ਯਤਨ ਕੀਤਾ ਉਹ ਸਾਡਾ ਨਿਭ ਜਾਂਦਾ ਹੈ, ਇਉਂ ਸਾਡੀ ਪ੍ਰਾਪਤੀ ਹੁੰਦੀ ਹੈ। ਸਿੱਧੋ ਆਠ ਪਹਿਰ ਲਿਵ ਲਾਗੀ। ਤੋ ਕਹਿੰਦੇ ਸਿੱਧੋ ਇਹ ਹੈ ਐਸਾ, ਜਦੋਂ ਅਸੀਂ ਪਰਮੇਸ਼ਵਰ ਦੀ ਭਾਵਨਾ ਸਹਿ ਤੇ ਪਿਆਲਾ ਨਾਮ ਦਾ ਪੀਨੇ, ਫਿਰ ਅੱਠੇ ਪਹਿਰ ਹੀ ਸਾਡੀ ਲਿਵ ਲੱਗ ਜਾਂਦੀ ਹੈ, ਦਿਨੇ ਰਾਤ ਫਿਰ ਉਸੇ ਧੁਨ ਵਿੱਚ ਮਸਤ ਰਹਿੰਦੇ ਹਾਂ। ਨਾਨਕ ਦਾਸ ਤਹਾਂ ਮਤ ਵਾਲਾ। ਮਹਾਰਾਜ ਕਹਿੰਦੇ ਨੇ ਅਸੀਂ ਨਾਨਕ ਦਾਸ, ਅਸੀਂ ਤਾਂ ਸੇਵਕ ਹਾਂ ਵਾਹਿਗੁਰੂ ਜੀ ਦੇ। ਤੋ ਕਹਿੰਦੇ ਨੇ ਇਹੋ ਜਿਹੇ ਮਤ ਵਾਲੇ ਆ, ਸਾਨੂੰ ਇਹੋ ਜਿਹੀ ਮਸਤੀ, ਇਹ ਸ਼ਰਾਬ ਚੜ੍ਹਦੀ ਆ ਸਾਨੂੰ। ਜਹ ਏਕ ਓੰਕਾਰ ਬੈਰਾਗੀ। ਜਿੱਥੇ ਇਸ ਪ੍ਰਕਾਰ ਏਕ ਓੰਕਾਰ ਬੈਰਾਗੀ ਪਰਮੇਸ਼ਰ ਹੈ, ਉਹਦੇ ਵਿੱਚ ਸਾਡੀ ਲਿਵ ਲੱਗ ਜਾਂਦੀ ਬੈਰਾਗੀ ਬਣ ਕੇ। ਦੋਹਰਾ ਅਸ ਪ੍ਰਕਾਰ ਕੇ ਬਚਨ ਸੁਨ। ਜਿਉਂ ਇਉਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਭਗਤੀ ਮਾਰਗ ਦੇ, ਗੁਰਸਿੱਖੀ ਮਾਰਗ ਦੇ ਬਚਨ ਸੁਣਾਏ, ਸਿੱਧਾਂ ਨੇ ਸੁਣੇ ਜਦੋਂ। ਸਿੱਧ ਸਰਬ ਤਿਹ ਕਾਲ। ਸਾਰੇ ਹੀ ਸਿੱਧ ਉਸ ਵੇਲੇ ਸੁਣ ਕੇ ਮਹਾਰਾਜ ਦੇ ਬਚਨਾਂ ਨੂੰ ਨਿਜ ਮਤ ਕੇ ਅਨੁਸਾਰ ਹੋਵੇ। ਤੇ ਮਨ 'ਚ ਸੋਚਦੇ ਨੇ ਕਿ ਸਾਡੇ ਮਤ ਦੇ, ਜੋਗ ਮਤ ਦੇ ਅਨੁਸਾਰ ਹੀ ਹੋ ਜਾਣ। ਬੋਲੇ ਪਰਮ ਰਸਾਲ। ਤਾਂ ਬੜਾ ਇਸ ਪ੍ਰਕਾਰ ਸੋਹਣੇ ਬਚਨ ਬੋਲੇ ਕਹਿੰਦੇ ਹਨ। ਦੋਹਰਾ
ਸੁਨ ਸਿੱਧਨ ਕੇ ਮਤਨ ਕੋ, ਸਿੱਧਾਂ ਦੀ ਮਤ ਸੁਣ ਕੇ ਗੁਰੂ ਸਾਹਿਬ ਨੇ ਸ੍ਰੀ ਗੁਰ ਸੂਰਜ ਗਿਆਨ, ਧੰਨ ਮੇਰੇ ਸਤਿਗੁਰੂ ਜੀ, ਗਿਆਨ ਦਾ ਸੂਰਜ ਹਨ ਮੇਰੇ ਸਤਿਗੁਰੂ ਜੀ। ਭਨੇ ਬਚਨ ਤੇ ਪ੍ਰਤ ਤਬੈ, ਉਹਨਾਂ ਦੇ ਤਾਈਂ ਗੁਰੂ ਸਾਹਿਬ ਨੇ ਸ਼ਬਦ ਬੋਲਿਆ ਜਿਸ ਵੇਲੇ ਇਹਨਾਂ ਨੇ ਆਪਣੀ ਮਤ ਦੀਆਂ ਫਿਰ ਗੱਲਾਂ ਕੀਤੀਆਂ, ਅਨੁਸਾਰੀ ਜੇ ਹੋ ਕੇ ਮਹਾਰਾਜ ਦੇ ਹਲਕੇ ਜੇ ਹੋ ਗਏ। ਹੁਣ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੀ ਗੱਲ ਸੁਣ ਕੇ ਬਖਸ਼ਿਸ਼ ਕਰਦੇ ਹਨ। ਨਿਜ ਮਤ ਕਰੁਣਾ ਖਾਨ, ਮੇਰੇ ਸਤਿਗੁਰੂ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਫਿਰ ਆਪਣਾ ਮਤ ਜਿਹੜਾ ਹੈ, ਸੋ ਆਪਣਾ ਜਿਹੜਾ ਧਰਮ ਹੈ ਉਹ ਮਹਾਰਾਜ ਪ੍ਰਗਟ ਕਰਦੇ ਹਨ ਇਹਨਾਂ ਦੇ ਸਾਹਮਣੇ। ਦੋਹਰਾ ਸੁਨ ਕੇ ਸਿੱਧ ਤੂਸਨ ਭਏ, ਸੁਣ ਕਰਕੇ ਗੁਰੂ ਦੇ ਬਚਨ, ਸੋ ਜਦੋਂ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਐਸੇ ਗਿਆਨ ਦੇ, ਇਹ ਸਾਰੇ ਚੁੱਪ ਹੋ ਗਏ, ਫਿਰ ਗੱਲ ਨਹੀਂ ਆਈ ਇਹਨਾਂ ਨੂੰ। ਬੋਲੇ ਬਹੁਰ ਨਾ ਕੋਈ, ਫਿਰ ਕੋਈ ਨਹੀਂ ਬੋਲ, ਸਾਰੀ ਸਿੱਧ ਮੰਡਲੀ ਚੁੱਪ ਹੋ ਗਈ ਹੈ। ਚਰਚਾ ਮੈਂ ਹਾਰਤ ਨਹੀਂ, ਇਹਨਾਂ ਨੇ ਹੁਣ ਫੈਸਲਾ ਕਰ ਲਿਆ, ਚੁੱਪ ਹੋ ਗਏ ਨੇ, ਮਨ 'ਚ ਫੈਸਲਾ ਕੀਤਾ। ਕਹਿੰਦੇ ਵੀ ਜਿੰਨੀ ਮਰਜ਼ੀ ਅਸੀਂ ਗਿਆਨ ਦੀਆਂ ਗੱਲਾਂ ਕਰੀਏ, ਗਿਆਨ ਦੀ ਚਰਚਾ ਕਰੀਏ, ਬਹਿਸਾਂ ਕਰੀਏ ਗੁਰੂ ਸਾਹਿਬ ਦੇ ਨਾਲ, ਭਈ ਇਹ ਹਾਰਨ ਵਾਲੇ ਨਹੀਂ। ਸੋ ਗਿਆਨ ਦੀ ਚਰਚਾ ਵਿੱਚ ਤਾਂ ਸਾਨੂੰ ਜਿੱਤ ਲਿਆਣਾ ਨੇ। ਸਮਝਤ ਭੇ ਮਨ ਸੋਏ, ਮਨ ਵਿੱਚ ਸਮਝ ਗਏ ਹਨ ਸਾਰੇ ਹੀ ਸਿੱਧ ਜਿਹੜੇ ਨੇ। ਸੋਰਠਾ ਜੇ ਅਤ ਉਤਮ ਨਾਥ, ਤੇ ਜਿਹੜੇ ਅਤੀ ਹੀ ਉੱਤਮ ਨਾਥ ਸਨ, ਇਹਨਾਂ ਵਿੱਚ ਮੁਖੀ ਸਨ ਜਿਹੜੇ। ਮਗਨ ਧਿਆਨ ਮਹਿ ਤਬ ਰਹੇ, ਉਹ ਆਪਣੇ ਧਿਆਨ 'ਚ ਮਗਨ ਰਹੇ, ਆਪਣੀਆਂ ਸਮਾਧੀਆਂ 'ਚ ਮਸਤ ਸਨ। ਬੋਲੇ ਤਿਨ ਕੇ ਸਾਥ, ਉਹਨਾਂ ਦੇ ਨਾਲ ਫਿਰ ਬੋਲੇ ਹਨ। ਸ੍ਰੀ ਗੁਰ ਮੋਦ ਵਡਾਏ ਕੈ, ਮਹਾਰਾਜ ਬੜੇ ਭਾਰੀ ਖੁਸ਼ੀ ਵਧਾ ਕਰਕੇ ਹੁਣ ਜਿਹੜੇ ਅਜੇ ਸਮਾਧੀਆਂ 'ਚ ਮਸਤ ਬੈਠੇ ਸੀ, ਉਹਨਾਂ ਨੂੰ ਵੀ ਤਾਂ ਗੁਰੂ ਸਾਹਿਬ ਨੇ ਅਜੇ ਮਾਰਗ ਦੱਸਣਾ ਸੀ ਨਾ, ਇਸ ਵਾਸਤੇ ਉਹਨਾਂ ਨੂੰ ਬੁਲਾਇਆ। ਗੁਰੂ ਸਾਹਿਬ ਨੇ ਬਚਨ ਕੀਤਾ। ਕਬਿਤ ਆਸਨ ਕੋ ਲਾਏ ਬੈਸਿਓ, ਆਸਨਾ ਹਿਰਦੇ ਕੇ ਬੀਚ, ਕਹਿੰਦੇ ਨੇ ਤੁਸੀਂ ਆਸਾ ਨਿਵਰਤ ਕਰਕੇ, ਆਸਣ ਲਾ ਕਰਕੇ ਜੋ ਸਮਾਧੀਆਂ 'ਚ ਟਿਕੇ ਬੈਠੇ ਹੋ। ਐਸੇ ਘੁੱਗੂ ਨਾਥ ਸੰਗ ਬੋਲੇ ਹੈ ਸੁਨਾਏ ਕੈ, ਮੇਰੇ ਕਹਿੰਦੇ ਨੇ ਪਾਤਸ਼ਾਹ, ਕਹਿੰਦੇ ਘੁੱਗੂ ਨਾਥ ਜੀ ਠੀਕ ਹੈ, ਆਸਣ ਨੂੰ ਰੋਕ ਕੇ ਸਮਾਧੀ ਲਾ ਕੇ ਬੈਠਾ ਹੈ ਤੂੰ। ਮੋਨ ਕੈਸੇ ਸਾਧੀ ਕੌਣ, ਮਤ ਕੇ ਅਰਾਧੀ ਹੋ ਤੁਮ, ਦੱਸ ਭਾਈ ਤੂੰ ਚੁੱਪ ਕਰੀ ਬੈਠਾ ਹੈ ਤਾਂ ਦੱਸ, ਸੋ ਤੂੰ ਕੀ ਮਨ ਵਿੱਚ ਗਿਆਨ ਧਾਰਿਆ ਹੈ, ਬਚਨ ਕਰ ਕੋਈ। ਪੁੱਤਰ ਨਾ ਕਹਿਓ ਸੁਨਿਓ ਮਨ ਤੇ ਉਠਾਏ ਕੈ, ਕੋਈ ਵੀ ਮਨ ਚੋਂ ਬਚਨ ਕਹਿ ਕਰਕੇ ਨਾ ਕੁਛ ਕਿਹਾ, ਨਾ ਤੂੰ ਕੁਛ ਸੁਣਿਆ ਹੀ ਐ। ਆਛੋ ਲਾਗੇ ਦਰਸ਼ਨ ਮਰਮ ਨਾ ਜਾਣਿਓ ਜਾਏ, ਭਾਈ ਤੇਰਾ ਦਰਸ਼ਨ ਤੇ ਬੜਾ ਚੰਗਾ ਲੱਗਦਾ, ਪਰ ਤੇਰਾ ਭੇਦ ਬਿਨਾ ਬੋਲੇ ਤੋਂ ਸਮਝ ਨਹੀਂ ਆਉਂਦੀ ਹੈ, ਤੂੰ ਕੁਛ ਬਚਨ ਬੋਲ। ਬੋਲੇ ਬਿਨ ਕੈਸੇ ਜਾਣੇ ਕਹੀਏ ਬੁਝਾਏ ਕੈ, ਤੋ ਭਾਈ ਬੋਲੇ ਤੋਂ ਬਿਨਾ ਕਿਸ ਤਰੀਕੇ ਨਾਲ ਜਾਣੀਏ ਪਈ ਤੂੰ ਕਿਹੋ ਜਿਹਾ, ਕਾਹਦੀ ਰੱਦ ਨਾ ਕਰਦਾ, ਕਾਹਦੇ 'ਚ ਧਿਆਨ ਧਾਰਨ ਕੀਤਾ ਹੋਇਆ ਹੈ, ਇਸ ਵਾਸਤੇ ਕੁਛ ਬਚਨ ਬੋਲ ਕੇ ਸੁਣਾ ਤੂੰ। ਬੋਲਿਓ ਗੁਰ ਨਾਨਕ ਸੋ ਬਚਨ ਬਿਲਾਸ ਨੀਕੇ, ਸੋਹਣੇ ਬਚਨ ਕਹਿੰਦੇ ਬੋਲਿਆ ਫਿਰ ਗੁਰੂ ਸਾਹਿਬ ਦੇ ਨਾਲ ਇਹ। ਅਵਤਾਰ ਹਿਰਦੇ ਬਹੁ ਹਰ ਖਾਏ ਕੈ, ਤੇ ਮਹਾਰਾਜ ਸਤਿਗੁਰੂ ਅਵਤਾਰ ਜਾਣ ਕੇ ਮਨ ਵਿੱਚ ਤੇ ਬੜਾ ਖੁਸ਼ ਹੋ ਕੇ ਬਚਨ ਕਰਦਾ ਹੈ। ਕਬਿਤ ਸਿੱਧਨਾਥ ਜਿਤੀ ਕੋ ਨਾਮ ਨਾ ਧਰਾਮੋ ਜਗ, ਕਹਿੰਦਾ ਮਹਾਰਾਜ ਸਿੱਧ ਨਾਥ ਜਤੀ ਆਦਿਕ ਮੈਂ ਨਾਂ ਦੁਨੀਆ 'ਚ ਕੋਈ ਧਰਾਉਂਦਾ ਨਹੀਂ ਵੀ ਮੈਂ ਕੀ ਆ, ਤੇ ਮਹਾਰਾਜ ਮੈਂ ਤਾਂ ਇਸ ਤਰ੍ਹਾਂ ਬੈਠਾ ਹਾਂ। ਉੱਚੋ ਨੀਚੋ ਪਦ ਤਜ ਸਿੰਘੀ ਨਾ ਬਜਾਏ ਹੋਂ, ਨਾ ਮੈਂ ਜੋਗੀਆਂ ਦੀ ਸਿੰਘੀ ਵਜਾਉਣਾ, ਨਾ ਭਈ ਉੱਚੀ ਪਦਵੀ ਕਿਹੜੀ ਤੇ ਨੀਵੀਂ ਕਿਹੜੀ, ਨਾ ਮੈਂ ਇਹਦਾ ਕੋਈ ਖਿਆਲ ਕਰਦਾ ਹਾਂ। ਡਿੰਬ ਨਾ ਦਿਖਾਵ ਨਹਿ ਮਾਨ ਕੋ ਵਧਾਵੂੰ, ਨਾ ਮੈਂ ਪਖੰਡ ਵਿਖਾਉਂਦਾ ਹੈ ਤੇ ਨਾ ਹੀ ਮੈਂ ਕੋਈ ਆਪਣਾ ਹੰਕਾਰ ਵਧਾਉਂਦਾ ਹਾਂ। ਦੁੱਖ ਸੁਖ ਕੋ ਮਿਟਾਵੋ ਦਵੈਤ ਮਨ ਤੇ ਭੁਲਾਏ ਹੋਂ, ਮਨ ਚੋਂ ਦਵੈਤ ਦੂਰ ਕੀਤੀ ਹੈ, ਦੁੱਖ ਸੁੱਖ ਬਿਰਤੀ ਸਭ ਦੂਰ ਕੀਤੀ ਹੋਈ ਹੈ। ਉਸਤਤ ਨਿੰਦਾ ਤਜ ਹੋਏ ਕੈ ਅਚਿੰਤ ਨਿਤ, ਉਸ ਤੋਂ ਕਿਸੇ ਦੀ ਕਰਨੀ, ਨਿੰਦਿਆ ਕਰਨੀ ਛੱਡ ਕੇ ਚਿੰਤਾ ਤੋਂ ਰਹਿਤ ਹੋ ਕਰਕੇ ਮਹਾਰਾਜ ਮੈਂ ਤੇ ਬੈਠਾ ਹੋਇਆ ਹਾਂ। ਗੁਰੂ ਨਾ ਕਹਾਏ ਕੈ ਨਾ ਚੇਲਾ ਪਾਏ ਲਾਏ ਹੋਂ, ਨਾ ਗੁਰੂ ਕਹਾਉਂਦਾ ਹਾਂ, ਨਾ ਕਿਸੇ ਨੂੰ ਚੇਲਾ ਬਣਾ ਕੇ ਆਪਣੇ ਚਰਨੀ ਲਾਉਂਦਾ ਹਾਂ ਮੈਂ। ਏਕ ਓੰਕਾਰ ਖੇਲ ਸ਼ਿਵ ਸ਼ਕਤੀ ਕਾ ਮੇਲ ਕੋਊ, ਜੋ ਏਕ ਓੰਕਾਰ ਦਾ ਖੇਲ ਹੈ, ਇਸ ਪ੍ਰਕਾਰ शिव शक्ति जो है इस प्रकार
ਪੁਰਖ ਤੇ ਪ੍ਰਕਿਰਤੀ ਆਦਿਕ ਦਾ ਜਿਹੜਾ ਮੇਲ ਹੈ, ਬੋਲਹੁ ਵਿਸਾਰ ਕਰ ਕਛੂ ਨਾ ਅਲਾਏ ਹੋਂ। ਤੋ ਇਹ ਸਾਰਾ ਕੁਛ ਹੀ ਦੂਰ ਕਰਕੇ ਏਕਤਾ ਵਿੱਚ ਆ ਕੇ ਮੈਂ ਕੋਈ ਬਚਨ ਵੀ ਨਹੀਂ ਬੋਲਦਾ ਹਾਂ। ਕਬਿਤ ਉੱਠੇ ਤਬ ਧਾਏ ਕਰ ਚਰਨ ਲਗਾਏ ਮਿਲੇ। ਤੋ ਉੱਠੇ ਭੱਜ ਕਰਕੇ ਦੋਨਾਂ ਪੱਖਾਂ ਤੋਂ ਗੁਰੂ ਸਾਹਿਬ ਨੇ ਸਤਿਕਾਰ ਕੀਤਾ, ਉਸ ਨੇ ਵੀ ਗੁਰੂ ਦੇ ਚਰਨੀ ਹੱਥ ਲਾਏ, ਸਤਿਕਾਰ ਕਰਕੇ ਮਿਲੇ ਹਨ। ਹਿਰਦੇ ਹਰ ਖਾਏ ਦੋ ਬਹੁ ਸੁਖ ਪਾਏ ਕੈ। ਦੋਨਾਂ ਨੇ ਬੜਾ ਭਾਰੀ ਖੁਸ਼ ਹੋ ਕੇ ਸੁਖ ਪ੍ਰਾਪਤ ਕੀਤਾ ਹੈ। ਵੈਸੇ ਪੁਨ ਨਾਨਕ ਜੀ ਨਾਗਰ ਉਜਾਗਰ ਜੇ। ਧੰਨ ਮੇਰੇ ਸਤਿਗੁਰੂ ਪ੍ਰਗਟ ਹੀ ਜੋ ਬਹੁਤ ਹੀ ਸਿਆਣੇ ਗੁਰੂ ਨਾਨਕ ਸਾਹਿਬ ਜੀ ਬੈਠ ਗਏ ਹਨ ਜੀ। ਬੋਲੇ ਚੰਬਾਨਾਥ ਸੰਗ ਮੁਖ ਮੁਸਕਾਏ ਕੈ। ਮਹਾਰਾਜ ਮੁਸਕਰਾ ਕਰਕੇ ਚੰਬਾਨਾਥ ਜਿਹੜਾ ਬੈਠਾ ਜੋਗੀ ਉਹਦੇ ਨਾਲ ਬਚਨ ਕਰਦੇ ਹਨ। ਸੁਣ, ਕੌਣ ਗ੍ਰਹਿ ਰਹੋ ਕੌਣ ਮਤਾ ਤੁਮ ਕਹੋ। ਦੱਸੋ ਕਹੋ। ਕਹਿੰਦੇ ਤੂੰ ਕਿਸ ਘਰ ਵਿੱਚ ਰਹਿਣਾ, ਕੀ ਤੇਰਾ ਮਤਾ ਹੈ, ਕਹੋ ਦੱਸੋ ਸਾਨੂੰ। ਨਿਜ ਤੁਸਨ ਮਿਟਾਏ ਭੇਦ ਦੀਜੀਏ ਜਨਾਏ ਕੈ। ਆਪਣੀ ਚੁੱਪ ਤੁਸੀਂ ਖੋਲੋ ਤੇ ਆਪਣਾ ਭੇਦ ਜਿਹੜਾ ਸਾਡੇ ਨਾਲ ਬਚਨ ਕਰਕੇ ਸੁਣਾਓ ਕੁਛ। ਸਿੱਧ ਸਭ ਬੋਲੇ ਆਪ ਰਹੇ ਅਨ ਬੋਲੇ। ਸਾਰੇ ਸਿੱਧ ਕਹਿੰਦੇ ਨੇ ਇਸ ਪ੍ਰਕਾਰ ਬੋਲੇ ਨੇ, ਬਚਨ ਵਿਲਾਸ ਕੀਤੇ ਨੇ। ਤੁਸੀਂ ਅਜੇ ਤੱਕ ਕੋਈ ਬੋਲ ਨਹੀਂ ਬੋਲਿਆ, ਤੁਸੀਂ ਦੱਸੋ ਕੁਛ। ਮਨ ਮਰਮ ਨ ਜਾਣਿਓ ਜਾਏ ਭਾਖਿਓ ਹੈ ਸੁਨਾਏ ਕੈ। ਭਾਈ ਬਿਨਾਂ ਬੋਲੇ ਤੋਂ ਕਿਸੇ ਦੇ ਮਨ ਦਾ ਭੇਦ ਸਮਝ ਨਹੀਂ ਆਉਂਦੀ ਹੈ, ਤੇ ਉਹ ਖੁਸ਼ ਹੋ ਕੇ ਬੋਲੇ ਹਨ। ਕਬਿਤ ਬੋਲੇ ਬੋਲ ਹਾਰ ਕੋ ਤੋਲੇ ਤੋਲ ਹਾਰ ਜੋ। ਜਿਹੜਾ ਕਹਿੰਦੇ ਨੇ ਕੋਈ ਬੋਲਣ ਹਾਰਾ ਬੋਲਦਾ, ਤੋਲਣ ਹਾਲ ਵਿਚਾਰਵਾਨ ਉਸ ਦੀ ਵਿਚਾਰ ਕਰਦਾ ਹੈ। ਖੇਲੇ ਖੇਲ ਹਾਰ ਨਹੀਂ ਹਮੇ ਕਛ ਕਾਜ ਹੈ। ਖੇਲਣ ਵਾਲਾ ਖੇਲੀ ਜਾਵੇ, ਕਹਿੰਦੇ ਸਾਡਾ ਕੋਈ ਕੰਮ ਨਹੀਂ ਹੈ। ਗਾਵੇ ਗਾਵਨ ਹਾਰ ਅਟਕਾਵੇ ਅਟਕਾਵਨ ਹਾਰ। ਗਾਉਣ ਵਾਲਾ ਗਾਈ ਜਾਵੇ, ਉਸ ਰੋਕਣ ਵਾਲਾ ਕੋਈ ਰੋਕੀ ਜਾਵੇ। ਜਾਵੇ ਜਾਨ ਹਾਰ ਪੁਨ ਭਾਜ ਹਾਰ ਭਾਜ ਹੈ। ਭੱਜਣ ਵਾਲਾ ਭੱਜ ਜਾਂਦਾ ਹੈ, ਜਿੱਤਣ ਵਾਲਾ ਜਿੱਤ ਜਾਂਦਾ ਹੈ, ਲੜਾਈ ਵਾਲਾ ਲੜਾਈ ਕਰ ਲੈਂਦਾ ਹੈ। ਰਾਮਨ ਨਾ ਰਾਮ ਦੇਵ ਦਾਵਨ ਨਾ ਨਾਮ ਕੋ। ਨਾ ਕੋਈ ਰਾਮ ਤੇ ਨਾ ਕੋਈ ਰਾਵਣ, ਨਾ ਕੋਈ ਦੇਵਤਾ ਤੇ ਨਾ ਕੋਈ ਦੈਂਤ ਸਮਝਿਆ ਹੈ। ਏਕ ਹੀ ਕੋ ਖੇਲ ਸਭ ਏਕ ਹੀ ਬਿਰਾਜ ਹੈ। ਬਸ ਸਾਰਾ ਇੱਕੋ ਹੀ ਦਾ ਖੇਲ ਹੈ, ਇੱਕੋ ਹੀ ਸਾਰਿਆਂ ਵਿੱਚ ਬਿਰਾਜਮਾਨ ਹੈ ਜੀ। ਦਿਸ ਸੋ ਪਸਾਰਾ ਸਭ ਏਕ ਨੈਣ ਬਿਥਾਰਾ। ਜਿੰਨਾ ਵੀ ਪਸਾਰਾ ਦਿਸ ਰਿਹਾ ਹੈ, ਇੱਕੋ ਹੀ ਇੱਕ ਓੰਕਾਰ ਦਾ ਹੀ ਪਸਾਰਾ ਹੈ ਜੀ। ਹਮ ਰਿਦ ਜੋ ਵਿਚਾਰਾ ਜਾਤੇ ਪਾਇਓ ਸੁਖ ਰਾਜ ਹੈ। ਤੋ ਇਸ ਪ੍ਰਕਾਰ ਇਉਂ ਮਨ ਚ ਵਿਚਾਰ ਕਰਕੇ ਬੜਾ ਭਾਰੀ ਮਨ ਵਿੱਚ ਸੁਖ ਪ੍ਰਾਪਤ ਕੀਤਾ ਹੈ ਜੀ। ਕਬਿਤ ਮਿਲੇ ਹਰ ਖਾਏ ਸੁਖ ਪਾਏ ਸੀਸ ਨਾਏ ਕਰ। ਤੋ ਇਸ ਪ੍ਰਕਾਰ ਬੜੇ ਖੁਸ਼ ਹੋ ਕਰਕੇ ਮਿਲੇ, ਸੀਸ ਨਵਾਇਆ, ਸਤਿਕਾਰ ਕੀਤਾ ਹੈ। ਭਾਵ ਕਿ ਇਹਨਾਂ ਜੋਗੀਆਂ ਦੇ ਵਿੱਚ ਵੀ ਜਿਸ ਤਰ੍ਹਾਂ ਮੰਗਲਨਾਥ ਸੀ, ਭਰਤਰੀਨਾਥ ਸੀ, ਇਹ ਘੁੱਗੂਨਾਥ ਆਦਿਕ, ਇਹ ਜਿਹੜੇ ਸੋ ਕਮਾਈ ਵਾਲੇ ਸਿੱਧ ਸਨ। ਇੱਕ ਤਾਂ ਭੇਖੀ ਹੁੰਦੇ ਨਾ ਵਿਚਾਰੇ, ਤੇ ਇਹ ਜਿਹੜੇ ਕਮਾਈ ਵਾਲੇ ਸਨ ਉਹਨਾਂ ਦੀ ਗੱਲ ਦੱਸ ਰਹੇ ਹਨ। ਭ੍ਰਮ ਕੋ ਮਿਟਾਏ ਇਤੇ ਭਏ ਅਹਲਾਦ ਸੋ। ਸਭ ਭੁਲੇਖੇ ਮੇਟ ਕਰਕੇ ਆਨੰਦ ਵਿੱਚ ਮਗਨ ਹੋਏ ਹੋਏ ਹਾਂ ਜੀ। ਗੋਪੀ ਚੰਦ ਘੁੱਗੂਨਾਥ ਚੰਬਾਨਾਥ ਮੰਗਲ ਤੇ। ਤੋ ਮੰਗਲਨਾਥ ਹੈ, ਗੋਪੀਨਾਥ ਹੈ, ਘੁੱਗੂਨਾਥ, ਚੰਬਾਨਾਥ ਹੈ, ਜਿਹੜੇ ਸਿੱਧ ਹਨ, ਨਾਥ ਹਨ ਜਿਹੜੇ। ਹਿਰਦੇ ਮੈਂ ਆਨੰਦ ਭਏ ਭਰਤਰੀ ਆਦ ਸੋ। ਭਰਤੀ ਤੋਂ ਆਦੇ ਬੜੇ ਭਾਰੀ ਆਨੰਦ ਹੋਏ, ਗੁਰੂ ਨਾਨਕ ਦਾ ਦਰਸ਼ਨ ਕੀਤਾ। ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕਰਕੇ ਬਹੁਤ ਖੁਸ਼ ਹੋਏ ਹਨ। ਹਾਥ ਬੰਦ ਕਹੇ ਤੁਮ ਈਸ਼ਰ ਮੁਕੰਦ ਹੋ ਜੀ। ਤੋ ਹੱਥ ਜੋੜ ਕੇ ਮਹਾਰਾਜ ਨਮਸਕਾਰਾ ਕਹਿੰਦੇ, ਮਹਾਰਾਜ ਤੁਸੀਂ ਮੁਕਤੀ ਦਾਤਾ ਪਰਮੇਸ਼ਰ ਰੂਪ ਹੋ। ਧਰ ਹੈ ਨਿਰੰਜਨ ਸਰੂਪ ਪਰਮਾਦ ਸੋ। ਤੁਸਾਂ ਨੇ ਮਹਾਰਾਜ ਨਿਰੰਜਨ ਨੇ ਹੀ ਜਿਹਦਾ ਅਸੀਂ ਧਿਆਨ ਕਰਦੇ, ਉਸੇ ਨੇ ਹੀ ਰੂਪ ਧਾਰਨ ਕੀਤਾ। ਅਸੀਂ ਤੁਹਾਨੂੰ ਹੀ ਪਰਮੇਸ਼ਰ ਦਾ ਰੂਪ ਸਮਝਿਆ ਹੈ। ਕੀਨੋ ਹੈ ਨਿਹਾਲ ਹਮੇ ਦੀਨੋ ਹੈ ਦਿਦਾਰ ਆਨ। ਆਣ ਕਰਕੇ ਦਰਸ਼ਨ ਬਖਸ਼ੇ ਨੇ, ਸਾਨੂੰ ਨਿਹਾਲ ਕੀਤਾ। ਮਹਾਰਾਜ ਬਹੁਤ ਖੁਸ਼ੀ ਹੋਈ ਹੈ। ਪਾਈ ਬਿਨ ਸੰਸਗਤ ਤੁਮਰੇ ਪ੍ਰਸਾਦ ਸੋ। ਤੁਹਾਡੇ ਪ੍ਰਸਾਦ ਕਿਰਪਾ ਦਾ ਸਦਕਾ ਨਿਰਸੰਸੇ ਸਭ ਸ਼ੰਕੇ ਮਿਟ ਗਏ ਹਨ। ਅਸੀਂ ਐਸੀ ਗਤ ਮੁਕਤੀ ਪ੍ਰਾਪਤ ਕੀਤੀ ਹੈ। ਕਬਿਤ ਕੇਤੇ ਹਰਖਤ ਭਏ ਕੇਤੇ ਹੀ ਸਮਾਨ ਰਹੇ। ਕਈ ਤਾਂ ਬੜੇ ਖੁਸ਼ ਹੋਏ ਸਿੱਧ ਇਹ ਗੱਲਾਂ ਸੁਣ ਕੇ, ਕਈ ਸਮਾਨ ਜਿਹੇ ਰਹੇ ਜਿਵੇਂ ਸਨ ਉਵੇਂ ਹੀ। ਕਿਉ ਰਿਸ ਖਾਏ ਬੈਨ ਕ੍ਰੋਧ ਸੋ ਉਚਾਰਿਆ। ਤੇ ਕਈਆਂ ਨੇ ਬੜਾ ਕ੍ਰੋਧ ਕੀਤਾ, ਕ੍ਰੋਧ ਕਰਕੇ ਗੁੱਸੇ ਵਿੱਚ ਆ ਕਰਕੇ ਉਹਨਾਂ ਨੇ ਬਚਨ ਕੀਤਾ। ਕਹਿੰਦੇ ਹਨ, ਦੇਖੈ ਤੇਰੀ ਕਲਾ ਤੂੰ ਤੋ ਬੋਲਤ ਹੈ ਬੋਲ ਉੱਚੇ। ਦੇਖਦਿਆਂ ਕਹਿੰਦੇ ਤੁਹਾਡੀ ਸ਼ਕਤੀ, ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦੇ ਹੋ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਇਹ ਸੁਣ ਬਚਨ ਜੁਗੀਸਰਾ ਮਾਰ ਕਿਲਕ ਬਹੁ ਰੂਏ ਉਠਾਈ।
ਕਹਿੰਦੇ ਮਾਰੀ ਕਲਕਾਰੀ ਤੇ ਨਾ ਆਪਣੀਆਂ ਕਰਾਮਾਤਾਂ ਦੁਆਰਾ ਕਹਿੰਦੇ ਕਈ ਕੁਛ ਫਿਰ ਕੀਤਾ ਉਹ ਦੱਸਦੇ ਹਨ। ਐਸੇ ਕਹੇ ਕਲਾ ਆਪ ਆਪਣੀ ਦਿਖਾਰਿਆ। ਇਉਂ ਕਹਿ ਕਰਕੇ ਨੇ ਸਭਨਾਂ ਨੇ ਜਿੰਨੀ ਜਿੰਨੀ ਕਲਾ ਸ਼ਕਤੀ ਸੀ ਨਾ ਹੁਣ ਪ੍ਰਗਟ ਕੀਤੀ ਹੈ ਸਭਨਾਂ ਸਿੱਧਾਂ ਨੇ। ਗੋਪੀ ਚੰਦ ਕਹੇ ਸੁਨੋ ਮੰਗਲ ਮਹਾਨ ਜੋਗੀ। ਗੋਪੀ ਚੰਦ ਕਹਿੰਦਾ ਮਹਾਨ ਜੋਗੀ ਮੰਗਲ ਨਾਥ ਜੀ ਸੁਣੋ। ਕਰੇ ਬਾਦ ਮੰਦ ਮਤ ਭੇਦ ਨਾ ਵਿਚਾਰਿਆ। ਆ ਦੇਖ ਕਿੰਨੀ ਮਾੜੀ ਮੱਤ ਵਾਲੇ ਇਹ ਹਨ। ਕਹੋ ਕਬੀਰ ਛੂਛਾ ਘੱਟ ਬੋਲਣਾ, ਕਹਿੰਦੇ ਛੂਚੇ ਘੜੇ ਨੇ ਬੋਲਦੇ ਨੇ। ਤੋ ਕਹਿੰਦੇ ਨੇ ਇਹ ਦੇਖੋ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਨਾਲ ਐਵੇਂ ਕਿਸ ਤਰ੍ਹਾਂ ਬੋਲਦੇ ਤੇ ਕਿੱਦਾਂ ਹੁਣ ਆਪਣੀ ਸ਼ਕਤੀ ਪ੍ਰਗਟ ਕਰਕੇ ਦਿਖਾਉਂਦੇ ਹਨ। ਬਚਨ ਵਿਚਾਰ ਕੇ ਉਚਾਰਤ ਨਾ ਸੁਨੇ ਸਰੋਨ। ਨਾ ਤਾਂ ਵਿਚਾਰ ਕਰਦੇ ਨੇ ਨਾ ਗੁਰੂ ਸਾਹਿਬ ਦੇ ਬਚਨਾਂ ਨੂੰ ਕੰਨਾਂ ਵਿੱਚ ਸੁਣ ਕੇ ਉਹਨਾਂ ਦੀ ਵਿਚਾਰ ਧਾਰਦੇ ਹਨ। ਇਹ ਬਾਜੀਗਰ ਰੀਤ ਜਿਵ ਹੀਤ ਉਰ ਧਾਰਿਆ। ਜਿਵੇਂ ਬਾਜੀਗਰ ਬਾਜੀ ਪਾਉਂਦੇ ਆ ਐਵੇਂ ਹੀ ਇਹਨਾਂ ਨੇ ਹਿੱਤ ਕਰਕੇ ਤੇ ਇਹੋ ਹੀ ਰੂਪ ਧਾਰ ਲਿਆ। ਹੁਣ ਬਾਜੀਗਰ ਆਪਣੀ ਬਾਜੀਆਂ ਪਾ ਕੇ ਦੱਸਣ ਲੱਗੇ ਨੇ। ਸੋਰਠਾ ਬੋਲਿਓ ਮੰਗਲਨਾਥ। ਮੰਗਲਨਾਥ ਕਹਿੰਦਾ ਹੈ ਜੋ ਕੁਛ ਕਰਤ ਹੈ ਕਰਨ ਦੇਹੋ। ਕਹਿਣ ਲੱਗੇ ਤੂੰ ਚੁੱਪ ਕਰ ਜਾ, ਇਹ ਜੋ ਕਰਦੇ ਨੂੰ ਕਰ ਹੀ ਲੈਣ ਦੇ ਇੱਕ ਵਾਰ। ਸਭ ਤੇ ਵੱਡ ਜਗਨਾਥ। ਇਹ ਸਭ ਤੋਂ ਵੱਡੇ ਜਗ ਦੇ ਸਵਾਮੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ। ਕਰਹਿ ਮਾਨ ਕੋ ਹਾਨ ਮਨ। ਇਹਨਾਂ ਦੇ ਮਨ ਵਿੱਚ ਜਿੰਨਾ ਕੁ ਮਾਣ ਭਰਿਆ ਨਾ ਉਹ ਵੀ ਮਹਾਰਾਜ ਦੂਰ ਕਰ ਦੇਣਗੇ, ਕਰ ਹੀ ਲੈਣ ਦੇ ਹੋ ਜਾਣਗੇ ਹਲਕੇ ਇਹ। ਕਬਿਤ ਇਨ ਤੇ ਨ ਲਗ ਸੋ ਹਾਰੇ ਕਿਤ ਬਿਦ ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਕਿਸੇ ਤਰ੍ਹਾਂ ਇਹਨਾਂ ਕੋ ਹਾਰ ਨਹੀਂ ਲੱਗੇ, ਕਿਸੇ ਗੱਲੋਂ ਛੋਟੇ ਘੱਟ ਨਹੀਂ ਹਨ ਗੁਰੂ ਸਾਹਿਬ ਜੀ ਇਹਨਾਂ ਤੋਂ। ਲੱਜਤ ਹੋਵੇ ਹਟੇ ਸਭ ਮਾਨ ਹੈ ਬਸੇਖੀਏ। ਇਹਨਾਂ ਨੂੰ ਮਾਣ ਬੜਾ ਹੈ, ਇਸ ਵਾਸਤੇ ਸ਼ਰਮਿੰਦੇ ਹੋ ਕਰਕੇ ਇਹਨਾਂ ਨੇ ਆਪੇ ਪਿੱਛੇ ਹਟ ਜਾਣਾ ਹੈ। ਬਲ ਕੋ ਲਗਾਏ ਬਾਨ ਪਾਹਨ ਚਲਾਏ ਜੈਸੇ ਤੈਸੇ। ਇਹ ਜਿਵੇਂ ਕਿਵੇਂ ਕਰਕੇ ਆਪਣਾ ਸ਼ਕਤੀਆਂ ਦੇ ਨਾਲ ਜਿਵੇਂ ਪੱਥਰ ਤੇ ਕੋਈ ਤੀਰ ਚਲਾਈ ਜਾਵੇ। ਸਾਹਿਬ ਗੁਰੂ ਨਾਨਕ ਤੇ ਕੀ ਅਸਰ ਹੋਣ ਲੱਗਾ ਇਹਨਾਂ ਦਾ। ਗੋਪੀ ਚੰਦ ਤੁਮ ਕੌਤਕ ਕੋ ਦੇਖੀਏ। ਤੋ ਕਹਿੰਦੇ ਨੇ ਗੋਪੀ ਚੰਦ ਤੂੰ ਕੌਤਕ ਦੇਖ, ਗੁਰੂ ਨਾਨਕ ਸਾਹਿਬ ਦੀ ਮੌਜਾਂ ਕਰਦੇ ਹਨ। ਭੰਗਰ ਸੁਰਤ ਸਿੱਧ ਝੰਗਰ ਨਿਰਤ ਸਿੱਧ। ਤੋ ਭੰਗਰ ਨਾਥ ਹੈ, ਸੁਰਤ ਸਿੱਧ ਹੈ, ਇਹ ਜਿਹੜੇ ਹਨ ਇਹ ਹੁਣ ਕਲਾ ਦਿਖਾਉਂਦੇ ਹਨ। ਲੰਗਰ ਕਨਕ ਸ਼ੰਭੂਨਾਥ ਕੇਤੇ ਲੇਖੀਏ। ਕਿੰਨੇ ਕੁ ਗਿਣੀਏ, ਕਹਿੰਦੇ ਲੰਗਰ ਹੈ, ਸ਼ੰਭੂਨਾਥ ਆਦਿਕ ਹਨ। ਇਹ ਜਿਹੜੇ ਸਨ ਨਾ ਬਾਕੀ ਸਾਰੇ ਇਹਨਾਂ ਨੇ ਸਾਰਿਆਂ ਨੇ ਫਿਰ ਕਹਿੰਦੇ ਆਪਣੀਆਂ ਕਰਾਮਾਤਾਂ ਪ੍ਰਗਟ ਕੀਤੀਆਂ। ਹਿਰਦੇ ਰਿਸ ਖਾਈ ਮਿਰਗਾਨੀ ਜੇ ਉਡਾਈ ਸਭ। ਤਾਂ ਇਹਨਾਂ ਨੇ ਕੀ ਕੀਤਾ ਵੀ ਬੜਾ ਕ੍ਰੋਧ ਮਨ ਚ ਕੀਤਾ। ਇਉਂ ਗੁੱਸੇ ਚ ਆਣ ਕਰਕੇ ਜਿਹੜੇ ਮਿਰਗ ਹਰਨ ਦੀ ਖੱਲ ਵਿਛਾ ਕੇ ਉੱਤੇ ਬੈਠੇ ਸਨ ਉਹੀ ਉਡਾਤੀ ਧਰਤੀ ਆਕਾਸ਼ ਦੇ ਵਿੱਚ। ਕਾਹੂ ਨੈ ਬੈਰਾਗਣ ਚਲਾਈ ਨਭ ਪੇਖੀਏ। ਤੇ ਕਿਸੇ ਨੇ ਆਪਣੀ ਬਰਾਗਣ ਹੀ ਆਕਾਸ਼ ਵਿੱਚ ਛੱਡ ਦਿੱਤੀ, ਉਹ ਸ਼ੂਕਦੀ ਫਿਰਦੀ ਹੈ। ਕਬਿਤ ਸਿੰਘੀ ਕੋ ਬਜਾਏ ਹੱਥ ਤਿਆਗ ਕੇ ਪਰਮਾਏ ਡੰਡਾ। ਉਹ ਕਹਿੰਦੇ ਕੋਈ ਸਿੰਘੀ ਵਜਾਉਣ ਲੱਗ ਪਿਆ, ਕਿਸੇ ਨੇ ਆਪਣਾ ਡੰਡਾ ਜਿਹੜਾ ਨਾ ਛੱਡ ਦਿੱਤਾ, ਉਹ ਘੁੰਮੀ ਜਾਂਦਾ ਉਦਾਂ ਹੀ ਆਕਾਸ਼ ਦੇ ਵਿੱਚ। ਸੌਜ ਸਭ ਆਪਣੀ ਆਕਾਸ਼ ਮੈਂ ਉਡਾਈਆ। ਜੋ ਕੁਛ ਸਾਜੋ ਸਮਾਨ ਸੀ ਆਕਾਸ਼ 'ਚ ਉਡਾ ਦਿੱਤਾ ਆਪਣੀ ਸ਼ਕਤੀ ਦੇ ਨਾਲ। ਮੁੰਦਾ ਪੁੰਨ ਫਰੂਆ ਜੇ ਸੰਕੂਤੀ ਫਿਰਤ ਕੇਤੀ ਜੇਤੋ। ਇਸ ਪ੍ਰਕਾਰ ਆਪਣੇ ਮੁੰਦਰੇ ਵੀ ਇਸ ਪ੍ਰਕਾਰ ਤੇ ਪੁੰਨ ਫਰੂਆ ਜਿਹੜਾ ਠੂਠਾ ਸੀ ਆਪਣਾ, ਜੋ ਕਹਿੰਦੇ ਆਕਾਸ਼ ਵਿੱਚ ਸ਼ੂਕਦੀਆਂ ਫਿਰਦੀਆਂ ਨੇ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਛੱਡੀਆਂ ਹੋਈਆਂ। ਜੇਤੋ ਜੋਰ ਤੇਤੋ ਤਹਾਂ ਸਭ ਲਾਈਆ। ਜਿੰਨਾ ਜਿੰਨਾ ਜ਼ੋਰ ਸੀ ਸਾਰਾ ਲਾਇਆ ਇਹਨਾਂ ਨੇ ਗੁਰੂ ਸਾਹਿਬ ਦੇ ਸਾਹਮਣੇ। ਹਿਰਦੇ ਗਰਬਾਏ ਨਿਜ ਸ਼ਕਤ ਲਗਾਏ ਸਿੱਧ। ਸਿੱਧਾਂ ਨੇ ਸਾਰੀ ਸ਼ਕਤੀ ਲਾ ਕੇ ਬੜਾ ਮਾਣ ਕੀਤਾ ਵੀ ਅਸੀਂ ਇੰਨਾ ਕੁਛ ਦਾ ਦਿੱਤਾ, ਹੁਣ ਮਹਾਰਾਜ ਨੂੰ ਡਰਾ ਦਿਆਂਗੇ ਅਸੀਂ। ਪੰਖੀ ਜਿਉ ਫਿਰਤ ਅਸਮਾਨ ਰਹਿਓ ਛਾਈਆ। ਜਿਵੇਂ ਪੰਛੀ ਘੁੰਮਦੇ ਇਉਂ ਆਕਾਸ਼ ਦੇ ਵਿੱਚ ਕਹਿੰਦੇ ਇਹਨਾਂ ਦਾ ਸਾਰਾ ਹੀ ਸਮਾਨ ਉੱਡਿਆ ਫਿਰੇ। ਨਾਨਕ ਜੀ ਤੂਸਨ ਕੋ ਧਾਰ ਕਰ ਬੈਸ ਰਹੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਸੋ ਚੁੱਪ ਕਰਕੇ ਆਰਾਮ ਨਾਲ ਬੈਠੇ ਦੇਖੀ ਜਾਂਦੇ ਤਮਾਸ਼ਾ ਇਹਨਾਂ ਦਾ। ਦੇਖਤ ਤਮਾਸ ਪੈ ਨਾ ਵਾਕ ਕੋ ਅਲਾਈਆ। ਸਾਰਾ ਤਮਾਸ਼ਾ ਵੇਖਦੇ, ਬਚਨ ਕੋਈ ਨਹੀਂ ਕੀਤਾ ਸਤਿਗੁਰਾਂ ਨੇ। ਕਬਿਤ ਜਾਨਿਓ ਸਭ ਸਿੱਧ ਅਬ ਡਰਿਓ ਔਰ ਮਾਹੇ ਇਹ। ਜਦੋਂ ਗੁਰੂ ਸਾਹਿਬ ਚੁੱਪ ਬੈਠੇ ਨੇ
ਇਹਨਾਂ ਸਿੱਧਾਂ ਨੇ ਸੋਚ ਲਿਆ ਵੀ ਗੁਰੂ ਨਾਨਕ ਹੁਣ ਸਾਡੇ ਕੋਲ ਡਰ ਗਿਆ ਸਾਡੀਆਂ ਸ਼ਕਤੀਆਂ ਨੂੰ ਵੇਖ ਕੇ। ਦੂਨੇ ਗਰ ਬਾਏ ਚਾਏ ਚਿੱਤ ਮੈਂ ਵਢਾਇਓ ਹੈ। ਬੜਾ ਚਿੱਤ ਚਾਅ ਵਧਾਇਆ, ਬੜਾ ਹੰਕਾਰ ਹੋ ਗਿਆ ਇਹਨਾਂ ਨੂੰ। ਆਏ ਕੈ ਨਿਕਟ ਬੋਲੇ ਬਚਨ ਬਿਕਟ ਤਬ। ਸਾਹਿਬ ਗੁਰੂ ਨਾਨਕ ਸਾਹਿਬ ਦੇ ਕੋਲ ਆਣ ਕੇ ਤੇ ਬੜੇ ਇਸ ਪ੍ਰਕਾਰ ਕਰੜੇ ਜੇ ਫਿੱਕੇ ਜੇ ਬਚਨ ਬੋਲਦੇ ਹਨ। ਦੇਖ ਸਭ ਸਿੱਧਨ ਕੀ ਸਿੱਧ ਜੋ ਲਗਾਇਓ ਹੈ। ਆ ਦੇਖੋ ਜੀ ਸਾਡੇ ਸਿੱਧਾਂ ਦੀਆਂ ਸ਼ਕਤੀਆਂ, ਇਹ ਸਾਡੀਆਂ ਸਿੱਧੀਆਂ ਨੇ, ਆਪਣੀ ਸ਼ਕਤੀ ਲਗਾਈ ਆ, ਦੇਖੋ ਸਾਡੀਆਂ ਸ਼ਕਤੀਆਂ ਨੂੰ। ਸੀਖ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ। ਇਸ ਪ੍ਰਕਾਰ ਤੁਹਾਡੇ ਕੋਲ ਬੈਠ ਕੇ ਜਿਹੜੇ ਇਸ ਪ੍ਰਕਾਰ ਬਚਨ ਬੋਲੇ ਹਨ, ਸਿੱਖਿਆ ਲਓ ਸਾਡੀ। ਤਪਾ ਕੋ ਕਹਾਏ ਜਗ ਰਿੱਧੇ ਗਰਭਾਇਓ ਹੈ। ਤੁਸੀਂ ਕਹਿੰਦੇ ਐਵੇਂ ਸੰਸਾਰ ਵਿੱਚ ਤਪਾ ਕਹਿੰਦੇ ਅਸੀਂ ਤਪਸਵੀ ਆ, ਤੇ ਮਨ ਚ ਮਾਣ ਕਰਦੇ ਹੋ ਤੁਸੀਂ। ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ। ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ, ਅਸੀਂ ਸਾਡੀ ਗੱਲ ਨਹੀਂ ਨਾ ਮੰਨਦੇ। ਆ ਦੇਖੋ ਹੁਣ ਇਹੋ ਜਿਹੀਆਂ ਸ਼ਕਤੀਆਂ, ਹੁਣ ਸਿੱਖਿਆ ਲਓ ਸਾਡੇ ਕੋਲੋਂ, ਸਾਡੇ ਮਤ ਦੇ ਅਵਲੰਬੀ ਬਣੋ, ਜੋਗੀ ਬਣ ਜਾਓ। ਅਬ ਦੇਖੀ ਕਰਾ ਮਾਤ ਤੋਹੇ ਤੁਸਨ ਕਰਾਇਓ ਹੈ। ਆ ਦੇਖੀ ਨਾ ਸਾਡੀ ਕਰਾਂ, ਮੈਂ ਚੁੱਪ ਕਰਾਤਾ ਕਿ ਨਹੀਂ ਤੁਹਾਨੂੰ ਮਹਾਰਾਜ ਅੱਗੇ ਮਾਣ ਕਰਦੇ ਨੇ ਆਣ ਕੇ ਸਿੱਧ। ਕਬਿਤ ਅਜਹੂ ਲੋ ਸਿੱਧ ਬੇਖ ਲੇਹੋ ਨਿਰਵਾਰੋ ਹੱਠ। ਕਹਿੰਦੇ ਹੱਠ ਛੱਡ ਦਿਓ, ਹੁਣ ਵੀ ਸਿੱਧਾਂ ਦਾ ਭੇਸ ਧਾਰ ਲਓ, ਚੇਲੇ ਬਣ ਜਾਓ ਗੋਰਖਨਾਥ ਦੇ। ਗੋਰਖ ਕੇ ਚੇਲੇ ਹੋਏ ਮੁੰਦਾ ਕਾਨ ਪਾਈਐ। ਮੁੰਦਰਾ ਕੰਨਾਂ 'ਚ ਪਾ ਲਓ, ਗੋਰਖ ਦੇ ਚੇਲੇ ਬਣ ਜਾਓ, ਅਜੇ ਵੀ ਸਮਾਂ ਹੈਗਾ ਹੈ। ਸਭ ਕੇ ਸਮਾਨ ਬਨ ਜੋਗ ਕੋ ਨਿਧਾਨ ਹੋਵੋ। ਤੋ ਇਸ ਪ੍ਰਕਾਰ ਸਾਰਿਆਂ ਦੇ ਜੋਗ ਬਣ ਜਾਓਗੇ। ਸੋ ਇਸ ਪ੍ਰਕਾਰ ਜੋਗ ਦੇ ਖਜ਼ਾਨੇ ਬਣ ਜਾਓਗੇ ਤੁਸੀਂ। ਇੱਕ ਵਾਰ ਕਹਿੰਦੇ ਚੇਲੇ ਬਣੋ ਤੁਸੀਂ ਗੋਰਖਨਾਥ ਦੇ। ਬਚਨ ਕੋ ਮਾਨ ਕੈ ਵਿਭੂਤ ਤਨ ਲਾਈਐ। ਬਚਨ ਮੰਨ ਲਓ, ਹਾਂ ਲਾ ਦਿਓ ਮਾੜੇ ਮੋਟੇ ਕੱਪੜੇ, ਕਹਿੰਦੇ ਸਵਾਹ ਮੜ ਲਓ ਸਰੀਰ ਤੇ। ਜਰਾ ਦੁਖ ਜਾਹੇ ਰਹੋ ਸਿੱਧਨ ਕੇ ਮਾਹੇ ਸਦਾ। ਤੁਸੀਂ ਸਿੱਧਾਂ ਦੇ ਵਿੱਚ ਸਦਾ ਰਹੋ, ਬੁਢੇਪਾ ਆਵੇਗਾ ਹੀ ਨਹੀਂ, ਜਵਾਨ ਹੀ ਰਹੋਗੇ। ਕਲਾਵਾਨ ਹੋਏ ਕੈ ਜਗਤ ਤੇ ਪੁਜਾਈਐ। ਤੇ ਸ਼ਕਤੀ ਸੰਪੰਨ ਹੋ ਕਰ ਸੰਸਾਰ ਤੋਂ ਪੂਜਾ ਕਰਾਓ। ਮਹਾਰਾਜ ਕੀ ਕੱਲੇ ਤੁਰੇ ਫਿਰਦੇ ਆ ਲੈ ਕੇ ਆ ਦੋਨਾਂ ਨੂੰ ਨਾਲ। ਕਹਿ ਤੋ ਚੇਲੋ ਹੋਐ ਨਾ ਤੋ ਸਖਤ ਦਿਖਾਈਏ ਅਬ। ਇਸ ਪ੍ਰਕਾਰ ਕਹਿੰਦੇ ਜਾਂ ਤਾਂ ਚੇਲੇ ਬਣ ਜਾਓ, ਨਹੀਂ ਤੇ ਤੁਸੀਂ ਵੀ ਸ਼ਕਤੀ ਦਿਖਾਓ। ਮਹਾਰਾਜ ਜਾਣ ਬੁੱਝ ਕੇ ਛੇੜਦੇ ਆ, ਕਹਿੰਦੇ ਜਾਂ ਤਾਂ ਸਾਨੂੰ, ਜਾਂ ਤਾਂ ਗੋਰਖ ਦੇ ਚੇਲੇ ਬਣ ਜਾਓ, ਮੰਨ ਲਓ ਸਾਡੀ ਗੱਲ, ਨਹੀਂ ਤੇ ਤੁਸੀਂ ਵੀ ਸ਼ਕਤੀ ਦਿਖਾਓ ਸਾਨੂੰ। ਦੋ ਮੈਂ ਏਕ ਕੀਜੈ ਨਿਜ ਪ੍ਰਾਨ ਕੋ ਬਚਾਈਐ। ਦੋਨਾਂ ਚ ਇੱਕ ਕਰ ਲਓ, ਨਹੀਂ ਤੇ ਤੁਹਾਡੇ ਪ੍ਰਾਣ ਨਹੀਂ ਛੱਡਣੇ ਅਸੀਂ। ਮਹਾਰਾਜ ਨੇ ਇੱਥੋਂ ਤੱਕ ਡਰਾਉਂਦੇ ਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਬੱਬਰ ਸ਼ੇਰ ਦੀ ਨਾਲ ਬੈਠੇ ਸਭ ਸੁਣੀ ਜਾਂਦੇ ਮਸਤ ਹੋ ਕੇ। ਸੁਨੇ ਅਸ ਬੈਨ ਮੁਸਕਾਨੇ ਗਤ ਦੈਨ ਸਭ। ਇਹਨਾਂ ਦੀਆਂ ਗੱਲਾਂ ਸੁਣ ਕੇ ਨਾ ਸਮਰੱਥ ਸਤਿਗੁਰੂ ਜੀ ਮੁਸਕਰਾਉਂਦੇ ਹੌਲੀ ਹੌਲੀ ਹੱਸਦੇ ਨੇ। ਸਭ ਸਕਤ ਕੇ ਐਨ ਬੋਲੇ ਸਹਿਜ ਸੁਭਾਏ ਕੈ। ਮੇਰੇ ਸਾਰੀਆਂ ਸ਼ਕਤੀਆਂ ਦੇ ਘਰ ਨੇ, ਸਹਿਜ ਸੁਭਾਏ ਤੋ ਮਲਕੜੇ ਜੇ ਗੁਰੂ ਸਾਹਿਬ ਜੀ ਬਚਨ ਕੀਤਾ, ਕਹਿੰਦੇ ਨੇ ਕੌਸ ਤੂੰ ਹਮਾਰੀ ਅਬ ਹੋਈਏ ਆਕਾਸ਼ ਚਾਰੀ। ਮਹਾਰਾਜ ਦੇ ਖੜਾਵਾਂ ਸਨ, ਲੱਕੜ ਦੀ ਖੜਾਮ ਹੁੰਦੀ ਚਰਨਾਂ 'ਚ ਪਾਉਣੇ। ਖੜਾਮ ਨੂੰ ਕਹਿੰਦੇ ਲੈ ਵੀ ਸਾਡੀ ਕੌਂਸ ਨਾ, ਹੁਣ ਤੂੰ ਇਦਾਂ ਕਰ, ਆਕਾਸ਼ 'ਚ ਤੂੰ ਆਕਾਸ਼ 'ਚ ਉੱਡ, ਹੁਣ ਤੈਨੂੰ ਹੁਕਮ ਕਰਦੇ ਆ, ਤੂੰ ਚੱਲ। ਆਨ ਤੂੰ ਉਤਾਰੀ ਨਿਜ ਬਲ ਦਿਖਾਰ ਕੈ। ਤੂੰ ਸਾਡੀ ਕੌਂਸ ਖੜਾਮ ਆਪਣਾ ਬਲ ਦਿਖਾ ਗਿਆ, ਜਿਹੜਾ ਨਾ ਉਡਾਇਆ ਸਾਰਾ ਕੁਝ ਇਕੱਠਾ ਕਰਕੇ ਲਿਆ ਥੱਲੇ, ਕਹਿੰਦੇ ਦਿਖਾ ਸ਼ਕਤੀ ਇਹਨਾਂ ਨੂੰ। ਸੁਨੇ ਜਬ ਵਾਕ ਤਤਕਾਲ ਅਸਮਾਨ ਗਈ। ਛੱਟ ਗੁਰੂ ਸਾਹਿਬ ਦਾ ਬਚਨ ਹੋਇਆ, ਸ਼ੌਂਕ ਦੀ ਮਹਾਰਾਜ ਦੀ ਜਿਹੜੀ ਖੜਾਮ ਸੀ ਗਈ ਆਕਾਸ਼ ਵਿੱਚ। ਸਿੱਧਨ ਕੀ ਸਕਤਾ ਜੋ ਦਈ ਵਿਚਾਲਾਏ ਕੈ। ਜਿਹੜੀਆਂ ਸਿੱਧਾਂ ਦੀਆਂ ਸ਼ਕਤੀਆਂ ਜੋ ਜੋ ਉਡਾਇਆ ਸੀ ਨਾ, ਖੜਾਮ ਜਾ ਕੇ ਕੜਕ ਕਰਦੀ ਵੱਜਦੀ ਵਿੱਚ ਚੱਲ ਥੱਲੇ, ਇਸ ਤਰ੍ਹਾਂ ਦੇ ਨਾਲ ਸਾਰਾ ਸੁੱਟੀ ਜਾਂਦੇ ਨੇ ਉੱਤੋਂ। ਮਹਾਰਾਜ ਕੱਲੀ ਖੜਾਮ ਹੀ ਸਾਰਿਆਂ ਦੇ ਬਲੀ ਹੋ ਗਈ। ਜੈਸੇ ਹੋਵੇ ਬਟੇਰਾ ਤੇ ਪਾਸੇ ਬਾਜ ਸ਼ੋਰਾ। ਤੋ ਕਹਿੰਦੇ ਜੇ ਬਟੇਰਾ ਹੋਵੇ ਤੇ ਉਹਦੇ ਪਿੱਛੇ ਸ਼ਿਕਾਰੀ ਬਾਜ ਛੱਡ ਦੇਵੇ, ਉਹ ਝਪਟ ਮਾਰ ਕੇ ਜਿੱਦਾਂ ਪਕੜਦਾ, ਇਉਂ ਖੜਾਮ ਝਪਟਾ ਮਾਰ ਮਾਰ ਸੁੱਟਦੀ ਸਾਰਾ ਕੁਝ ਥੱਲੇ। ਤੈਸੇ ਤਰੇ ਸਭ ਕਰੇ ਰਹੀ ਉੱਪਰ ਸੁਹਾਏ ਕੈ। ਸਾਰੀਆਂ ਨੂੰ ਥੱਲੇ ਕਰਕੇ ਉੱਤੇ ਉੱਡਦੀ ਫਿਰਦੀ ਹੈ, ਸਭ ਨੂੰ ਥੱਲੇ ਦਬਾ ਦਿੱਤਾ। ਕਬਿਤ ਕਾਇਰ ਪੈ ਸੂਰ ਔਰ ਕੁਰੰਗ ਸਾਰ ਦੂਰ ਜੈਸੇ। ਜਿਸ ਤਰ੍ਹਾਂ ਕਹਿੰਦੇ ਕੋਈ ਕਾਇਰ ਹੋਵੇ ਡਰਾਕਲ, ਉਹ ਤੇ ਕੋਈ ਸੂਰਮਾ ਪੈ ਜਾਏ ਤਾਂ ਉਹ ਭਜਾ ਦਿੰਦਾ ਹੈ। ਤੇ ਜਿਸ ਤਰੀਕੇ ਦੇ ਨਾਲ ਹਰਨ ਦੇ ਉੱਤੇ ਕਹਿੰਦੇ ਸ਼ੇਰ ਤਾਂ ਛੱਡੋ, ਸ਼ਾਰਦੂਲ ਜਿਵੇਂ ਸਰਗਾ ਪੈ ਜਾਂਦਾ ਹੈ। ਹੋਏ ਨਾਗਪੂਰ ਤਾਪੇ ਖੱਗ ਪਤ ਜਾਤ ਹੈ। ਜਿਸ ਤਰੀਕੇ ਨਾਲ ਹੋਵੇ ਤਾਂ ਸੱਪ ਤੇ ਉਹ ਤੇ ਗਰਲ ਜਿਹੜਾ ਜਾ ਕੇ ਹਮਲਾ ਕਰ ਦੇਵੇ, ਇਉਂ ਖੜਾਮ ਨੇ ਹਮਲਾ ਕੀਤਾ ਗੁਰੂ ਸਾਹਿਬ ਜੀ ਨੇ। ਲਸ ਪਰ ਬਾਨ ਅਗਿਆਨ ਪੈਸੋ ਗਿਆਨ ਜੈਸੇ। ਜਿਸ ਤਰ੍ਹਾਂ ਕਹਿੰਦੇ ਨੇ ਆਪਣੇ ਨਿਸ਼ਾਨੇ ਦੇ ਉੱਤੇ ਕੋਈ ਸ਼ਿਕਾਰੀ ਸੋ ਤੀਰ ਅੰਦਾਜ਼ ਆਪਣਾ ਤੀਰ ਛੱਡਦਾ ਹੈ, ਤੇ ਜਿਸ ਤਰ੍ਹਾਂ ਆਪਣੇ ਨਿਸ਼ਾਨੇ ਦੇ ਉੱਤੇ ਤੀਰ
ਤੇ ਜਿਸ ਤਰੀਕਾ ਨਾਲ ਸ਼ਿਕਾਰ ਦੇ ਉੱਤੇ ਬਾਜ ਝਪਟਦਾ ਜਿਸ ਤਰ੍ਹਾਂ, ਕਰਨਾ ਨਿਧਾਨ ਸੰਤ ਦੋਖੀ ਪੈਰ ਸਾਥ ਹੈ। ਤੇ ਜਿਵੇਂ ਕਿਰਪਾ ਦਾ ਖਜ਼ਾਨਾ, ਜਿਵੇਂ ਕੋਈ ਬਹਾਦਰ ਕਹਿੰਦੇ ਨੇ ਇਸ ਪ੍ਰਕਾਰ ਸੰਤਾਂ ਦੇ ਦੋਖੀਆਂ ਤੇ ਜਿਵੇਂ ਫਿਰ ਉਹ ਸੋ ਵੀਰ ਰਸ ਵਿੱਚ ਆਉਂਦਾ ਹੈ। ਪਾਪਨ ਪੈ ਨਾਮ ਜਾਪ ਦਵੈਤ ਪੈ ਭਗਤ ਜੈਸੇ। ਦੁਆਤ ਤੇ ਭਗਤੀ ਪਾਪਾਂ ਤੇ ਪਰਮੇਸ਼ਵਰ ਦਾ ਨਾਮ ਜਿੱਦਾਂ ਅਸਰ ਕਰਦਾ, ਇਉਂ ਖੜਾਵ ਨੇ ਅਸਰ ਕੀਤਾ ਸਭ ਤੇ। ਅਜੈ ਕੇ ਨਿਕਟ ਬ੍ਰਿਕ ਜਾਤ ਨਾ ਡਰਾਤ ਹੈ। ਜਿਸ ਤਰ੍ਹਾਂ ਹੋਵੇ ਤਾਂ ਬੱਕਰੀ ਤੇ ਬਘਿਆੜ ਜਾਵੇ ਉਹਦੇ ਤੇ ਕਹਿੰਦੇ ਫਿਰ ਡਰਦਾ ਨਹੀਂ ਬਘਿਆੜ। ਇਹੋ ਮਹਾਰਾਜ ਦੀ ਖੜਾਵ ਨਹੀਂ ਡਰਦੀ, ਸਾਰਿਆਂ ਨੂੰ ਕਹਿੰਦੇ ਥੱਲੇ ਦਬਾ ਲਿਆ ਉਸਨੇ। ਤੈਸੇ ਕਉ ਸਧਾਏ ਵਿੱਚ ਲਾਏ ਕਹਿ ਸਕਤ ਸਭ। ਸਾਰੀਆਂ ਸ਼ਕਤੀਆਂ ਬਚਲਾਤੀਆਂ ਇਹਨਾਂ ਦੀਆਂ। ਭੱਜ ਕੇ ਗੁਰੂ ਸਾਹਿਬ ਦੀ ਖੜਾਮ ਹੀ ਗਈ, ਹਲੇ ਤੇ ਇੱਕੋ ਹੀ ਬਚਨ ਕੀਤਾ ਸਤਿਗੁਰਾਂ ਨੇ। ਮਾਰ ਮਾਰ ਡਾਰੇ ਕੋ ਧੀਰ ਨਾ ਧਾਰਤ ਧਰਾਤ ਹੈ। ਖੜਾਮ ਐਸੀ ਖੜਕੀ ਆ ਇਹਨਾਂ ਦੇ ਜਾ ਕੇ ਚੀਜ਼ਾਂ ਤੇ, ਕਹਿੰਦੇ ਕੋਈ ਵੀ ਧੀਰਜ ਨਹੀਂ ਧਾਰਦੇ, ਸਭ ਚੀਜ਼ਾਂ ਥੱਲੇ ਨੂੰ ਉਤਰਦੀਆਂ ਆਉਂਦੀਆਂ। ਕਬਿਤ ਜਾਂ ਕੀ ਸ਼ਕਤ ਥੀ ਤਾਂ ਕਿ ਆਗੇ ਜਾਏ ਪਰੀ। ਜਿਹਦੀ ਚੀਜ਼ ਸ਼ਕਤੀ ਸੀ ਨਾ, ਜਿਹਨੇ ਛੱਡੀ ਸਾਰੀ ਉਹਨਾਂ ਦੇ ਮੂਹਰੇ ਰੱਖ ਦਿੱਤੀ ਖੜਾਮ ਨੇ ਲਿਆਣ ਕਰਕੇ। ਸਾਰਿਆਂ ਦੇ ਖੜਾਮ ਉੱਡਦੀ ਫਿਰਦੀ ਆ, ਸਾਰਿਆਂ ਨੂੰ ਘੇਰ ਕੇ ਲਿਆਣ ਕੇ ਸਭਰਾਂ ਦੇ ਕੋਲ ਲਿਆਣ ਕੇ ਰੱਖ ਦਿੱਤਾ। ਨੀਚੇ ਨੈਣ ਲੱਜਤ ਹੋਵੇ ਉੱਚੇ ਨਾ ਨਿਹਾਰੀਆ। ਤੇ ਸਾਰੇ ਸਿੱਧਾਂ ਨੇ ਹੁਣ ਧੌਣਾ ਨੀਵੀਆਂ ਅੱਖਾਂ ਥੱਲੇ ਨੂੰ ਕਰਨੀਆਂ, ਸਾਹਮਣੇ ਦੇਖਦੇ ਵੀ ਨਹੀਂ। ਗੁਰੂ ਨਾਨਕ ਦੇ ਕਹਿੰਦੇ ਸੀ ਦੇਖੋ ਹਾਂ, ਕਹਿੰਦੇ ਨਾ ਸਾਡੀ ਸ਼ਕਤੀ ਚੁੱਪ ਕਰਾਤਾ ਕਿ ਨਹੀਂ। ਹੁਣ ਮਹਾਰਾਜ ਦੇਖਦੇ ਨਾਲ ਚੁੱਪ ਤੁਸੀਂ ਹੋਏ ਕਿ ਅਸੀਂ ਹੋਏ ਹਾਂ। ਰਾਰ ਪੈ ਪਰਾਜੈ ਹੋਏ ਸੂਰ ਜਿਉ ਲਜਾਏ ਜਾਤ। ਜਿਸ ਤਰੀਕੇ ਦੇ ਨਾਲ ਕੋਈ ਜੰਗ ਹੋਵੇ ਤੇ ਸੂਰਮਾ ਜਿਹੜਾ ਨਾ ਇਸ ਪ੍ਰਕਾਰ ਜਦੋਂ ਭਜਾ ਦੇ ਕਾਇਰ ਨੂੰ, ਉਹ ਜਿਵੇਂ ਲੱਜਾ ਸਹਿਤ ਹੁੰਦਾ ਇਉਂ ਚੁੱਪ ਹੋ ਗਏ ਹਨ। ਭਏ ਮੁਖ ਤੂਸਨ ਨ ਬੈਨ ਕੋ ਉਚਾਰੀਆ। ਮੂੰਹ ਤੋਂ ਚੁੱਪ ਹੋ ਗਏ ਹਨ, ਕੋਈ ਮੂੰਹ ਤੋਂ ਬਚਨ ਨਹੀਂ ਕਰਦੇ ਸਿੱਧ ਜਿਹੜੇ ਬੜਾ ਹੰਕਾਰ ਕਰਦੇ ਸਨ। ਗੋਪੀ ਚੰਦ ਭਰਥਰੀ ਮੰਗਲ ਤੇ ਆਦ ਜੇਤੇ। ਗੋਪੀ ਚੰਦ ਹੈ, ਭਰਥਰੀ ਨਾਥ ਹੈ, ਮੰਗਲ ਨਾਥ ਆਦਿਕ, ਇਹ ਜਿਹੜੇ ਸ਼ਰਧਾਲੂ ਸਨ ਔਰ ਚੰਗੀ ਅਵਸਥਾ ਦੇ ਮਾਲਕ ਸਨ। ਇਹ ਸਾਰੇ ਦੇਖ ਕਰਕੇ ਮੈਂ ਹੁਲਾਸੇ ਹੱਸੇ ਦੇਵੇਂ ਕਰ ਤਾਰੀਆ। ਕਹਿੰਦੇ ਨੇ ਇਹ ਸਾਰਿਆਂ ਤਾੜੀਆਂ ਮਾਰ ਮਾਰ ਕੇ ਹੱਸੇ ਨੇ, ਕਹਿੰਦੇ ਕਰ ਲੋ ਬਾਬੇ ਨਾਨਕ ਦੇ ਨਾਲ ਮੁਕਾਬਲਾ। ਤੁਹਾਨੂੰ ਮਾਣ ਸੀ ਨਾ, ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਆਰਾਮ ਨਾਲ ਸਤਿਗੁਰੂ ਪਾਤਸ਼ਾਹ ਦੇ ਚਰਨੀ ਲੱਗੋ, ਕੋਈ ਬਚਨ ਬਲਾਸ ਸੁਣੋ ਤੇ ਕੋਈ ਭਗਤੀ ਦੀ ਗੱਲ ਕਰੋ। ਤੇ ਤੁਸੀਂ ਕਹਿੰਦੇ ਹੁਣ ਦੇਖ ਲਿਆ ਨਾ ਤਮਾਸ਼ਾ। ਐਸੇ ਹੋਏ ਬਿਨ ਨਹੀਂ ਰਹਿਤ ਬਿਕਲ ਮਨ ਜੈਸੀ। ਤਾਂ ਕਹਿੰਦੇ ਨੇ ਤੁਸੀਂ ਇਸ ਤਰ੍ਹਾਂ, ਸਾਨੂੰ ਪਤਾ ਸੀ ਵਿਗੜੇ ਹੋਏ ਮਨ ਨੇ ਤੁਹਾਡੇ, ਇਹ ਤੇ ਇੰਨੇ ਬਿਨਾਂ ਤੁਸੀਂ ਸੂਤ ਵੀ ਨਹੀਂ ਸੀ ਆਉਣਾ। ਜੈਸੀ ਬਿਦ ਜੋਗ ਹੁਤੇ ਤੈਸੇ ਹੀ ਦਿਖਾਰੀਆ। ਭਾਈ ਜਿਹੋ ਜੀ ਜੁਗਤੀ ਦੇ ਤੁਸੀਂ ਆਪਣਾ ਲੋੜਵੰਦ ਸੀ, ਗੁਰੂ ਸਾਹਿਬ ਨੇ ਉਹੋ ਜਿਹੀ ਦਿਖਾਈ ਦਿੱਤੀ ਹੈ। ਹੁਣ ਸੂਤ ਆਏ ਤੁਸੀਂ। ਸਵਈਆ ਮੰਗਲ ਭਾਖਤ ਗੋਰਖਨਾਥ ਜੀ। ਮੰਗਲਨਾਥ ਕਹਿੰਦਾ, ਹੇ ਗੋਰਖਨਾਥ ਗੁਰੂ ਜੀ, ਦੇਖਿਓ ਤਪਾ ਤੁਮ ਕੈਸੋ ਹੈ ਸੋ। ਤੁਸੀਂ ਦੇਖਿਆ ਨਾ ਤਪਾ ਨਾਨਕ ਕਿਹੋ ਜਿਹਾ ਹੈ। ਹੁਣ ਦੇਖ ਹੀ ਲਿਆ ਨਾ ਸਾਰਾ ਕੁਛ। ਬਾਦ ਸੋ ਰਾਰ ਕਰੀ ਤਿਹ ਸੋ। ਤੁਸੀਂ ਇਸ ਤਰ੍ਹਾਂ ਵਿਅਰਥ ਹੀ ਗੁਰੂ ਸਾਹਿਬ ਨੇ ਝਗੜਾ ਕੀਤਾ, ਲੜਾਈਆਂ ਕੀਤੀਆਂ। ਲੱਜਤ ਪੇ ਨਹਿ ਬੋਲਤ ਕੋ। ਆ ਸਾਰੇ ਸ਼ਰਮਿੰਦੇ ਹੁਣ ਚੁੱਪ ਕਰਕੇ ਬੈਠਿਆ, ਬੋਲਦਾ ਵੀ ਨਹੀਂ ਆ ਕੋਈ ਸਾਹਮਣੇ ਮੂੰਹ ਕਰਕੇ। ਆਪਣੇ ਮਾਨ ਮੈਂ ਫੂਲਤ ਕਾਇਰ ਜੋ। ਇਹ ਕਹਿੰਦੇ ਨੇ ਆਪਣੇ ਹੰਕਾਰ ਵਿੱਚ ਫੁੱਲੇ ਫਿਰਦੀ, ਹੁਣ ਕਾਇਰ ਬਣ ਗਏ ਕਿ ਨਹੀਂ, ਖੜਦੇ ਨਹੀਂ ਮਹਾਰਾਜ ਦੇ ਸਾਹਮਣੇ। ਜੋ ਲਗ ਸੂਰ ਨਾ ਸੁਮਾਹੇ ਹੋ। ਜਦੋਂ ਤੱਕ ਕੋਈ ਸੂਰਮਾ ਸਾਹਮਣੇ ਨਹੀਂ ਆਉਂਦਾ ਕਾਇਰ, ਉਦੋਂ ਤੱਕ ਹੀ ਬੁੱਕਿਆ ਕਰਦੇ ਨੇ, ਆਪਣੀਆਂ ਡਿੰਗਾਂ ਮਾਰਦੇ ਨੇ। ਸੂਰਮਾ ਸਾਹਮਣੇ ਖੜੇ ਪਤਾ ਫੇਰ ਹੀ ਲੱਗਦਾ ਕੌਣ ਯੋਧਾ ਹੈ। ਤਾਰੇ ਪ੍ਰਕਾਸ਼ ਕਰੇ ਤਮ ਮੈਂ। ਕਹਿੰਦੇ ਜਿਹੜੇ ਤਾਰੇ ਨਾ ਹਨੇਰੇ 'ਚ ਹੀ ਚਾਨਣ ਕਰ ਸਕਦੇ ਆ। ਰਵ ਹੋਤ ਉਦੇ ਪੁਨ ਨਾ ਪ੍ਰਗਟਾਊ। ਜਦੋਂ ਸੂਰਜ ਚੜ ਜਾਵੇ ਫਿਰ ਕਿੱਥੇ ਤਾਰੇ ਦਿਸਦੇ ਆ। ਕਹਿੰਦੇ ਆਪਣੀਆਂ ਸਿੱਧੀਆਂ ਨਾਲ ਲੋਕਾਂ ਨੂੰ ਦਿਖਾਉਂਦੇ ਸੀ, ਆਮ ਲੋਕਾਂ ਨੂੰ ਇਸ ਪ੍ਰਕਾਰ ਪੂਜਾ ਕਰਾਉਂਦੇ ਸੀ। ਸੂਰਜ ਚੜ੍ਹਿਆ ਗੁਰੂ ਨਾਨਕ ਸਾਹਿਬ ਦੇ ਸਾਹਮਣੇ, ਹੁਣ ਦਿਖਾਉਣ ਹਾਂ ਕੁਛ ਆਪਣੀ ਕਲਾ ਨੂੰ। ਸਵਈਆ ਗੋਰਖ ਬੈਨ ਭਨੇ ਸੁਨ ਕੈ। ਜਦੋਂ ਇਸ ਤਰੀਕੇ ਦੇ ਨਾਲ ਸੋ ਗੋਰਖ ਨਾਲ ਗੱਲ ਕੀਤੀ ਹੈ ਤੇ ਉਹ ਬਚਨ ਕਰਦਾ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹ ਵਾਕਿਆ ਹੀ ਹੈ। ਦੇਖਣ ਨੂੰ ਤਾਂ ਮਹਾਂਪੁਰਖਾਂ ਦਾ ਸਰੀਰ ਵੀ ਸਾਡੇ ਵਰਗਾ ਹੀ ਲੱਗਦਾ ਹੈ, ਪਰ ਜਿਸਲੇ ਉਹਨਾਂ ਦੀ ਸ਼ਕਤੀ ਕੰਮ ਕਰਦੀ ਹੈ ਨਾ, ਉਦੋਂ ਪਤਾ ਲੱਗਦਾ ਹੈ। ਸੋ ਇਸ ਤਰ੍ਹਾਂ ਧੰਨ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਮਹਾਂਪੁਰਖਾਂ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਜਾਈਦਾ ਸਾਰਾ ਜਥਾ ਮਹਾਂਪੁਰਖ ਕਥਾ ਕੀਤੀ। ਉੱਥੇ ਕੁਝ ਪ੍ਰੇਮੀਆਂ ਨੇ ਦੱਸਿਆ ਜੀ ਵੀ ਇੱਕ ਫੌਜੀ ਜਿਹਾ ਹੀ ਸੀਗਾ ਘਰ ਉਹ, ਤੇ ਉਹਨਾਂ ਦੀਆਂ ਮੁਟਿਆਰ ਬੀਬੀਆਂ ਸਨ। ਕਹਿੰਦੇ ਜੀ ਇੱਥੇ ਇਹਨਾਂ ਨੇ ਇੱਕ ਬੜਾ ਕੰਮ ਚਲਾਇਆ ਹੋਇਆ ਹੈ।
ਤੇ ਲੋਕਾਂ ਨੂੰ ਪੁੱਛਾਂ ਦਿੰਦੇ ਨੇ, ਬੜੇ ਲੋਕੀ ਜਾਂਦੇ ਆ, ਕਹਿੰਦੇ ਵੀ ਕੀ ਕਰਦੇ ਨੇ, ਕੀ ਕਰਨਾ ਭਈ, ਥਾਲੀ ਮੁੱਧੀ ਮਾਰ ਕੇ ਨਾ ਸਾਫ਼ ਕਰਕੇ ਉੱਤੇ ਸਟੋਵ ਜਿਹੜਾ ਨਾ ਉਹਨੂੰ ਸਾਫ਼ ਸੁਫ ਕਰਕੇ ਸੁੱਚਾ ਕਰਕੇ ਉੱਤੇ ਰੱਖ ਦੇਣਾ, ਤੇ ਕੁਆਰੀਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਦਾ ਉੱਤੇ ਹੱਥ ਰਖਾਉਣਾ ਸਟੋਵ ਤੇ, ਉਹ ਸਟੋਵ ਤੁਰ ਕੇ ਨਾ ਇੱਕ ਪਾਸੇ ਨੂੰ ਹੋ ਜਾਣਾ, ਤੇ ਜੇ ਕੋਈ ਸਵਾਲ ਕਰਨਾ ਤੇ ਉਹਨੇ 1 2 3 ਨਾ ਟੁਣਕੇ ਮਾਰਨੇ ਉਹ ਥਾਲੀ ਦੇ ਨਾਲ, ਉਹ ਜਵਾਬ ਕਹਿਣਾ ਵੀ ਤੁਹਾਡੇ ਸਵਾਲ ਦਾ ਜਵਾਬ। ਇਹੋ ਜਿਹਾ ਕੰਮ ਚਲਾਇਆ ਸੀ। ਤੇ ਮਹਾਂਪੁਰਖ ਕਹਿੰਦੇ ਠੀਕ ਹੈ। ਤੇ ਉਹ ਵੀ ਪਰਿਵਾਰ ਵੀ ਆ ਗਿਆ। ਮਹਾਂਪੁਰਖ ਕਹਿੰਦੇ ਵੀ ਕਿਸ ਤਰ੍ਹਾਂ ਭਾਈ ਆ, ਕਹਿੰਦੇ ਹਾਂ ਮਹਾਰਾਜ ਜੀ, ਕਹਿੰਦੇ ਚੰਗਾ ਫਿਰ ਸਾਡੇ ਸਾਹਮਣੇ ਕਰਿਓ, ਅਸੀਂ ਆਉਨੇ ਹਾਂ। ਮਹਾਂਪੁਰਖ ਸਾਨੂੰ ਲੈ ਕੇ ਚੱਲ ਗਏ ਉਸ ਘਰੇ, ਸਾਡੇ ਅੱਖਾਂ ਦੇ ਦੇਖਣ ਦੀ ਗੱਲ ਹੈ। ਮਹਾਂਪੁਰਖ ਕਹਿੰਦੇ ਬੈਠ ਗਏ ਆਸਣ ਤੇ, ਕਹਿੰਦੇ ਲਿਆਓ ਭਈ ਆਪਣਾ ਕਰਕੇ ਦਿਖਾਓ ਕੀ ਕਰਦੇ ਹੋ ਤੁਸੀਂ। ਉਹ ਜਿਸ ਵੇਲੇ ਉਹਨਾਂ ਨੇ ਉਸੇ ਤਰ੍ਹਾਂ ਰੱਖਿਆ ਸਮਾਨ ਸਾਡੇ ਸਾਹਮਣੇ, ਥਾਲੀ ਵੀ ਰੱਖੀ ਮਾਂਜ ਕੇ, ਸਟੋਵ ਰੱਖ ਲਿਆ, ਤਾਂ ਨੌਜਵਾਨ ਬੱਚੀਆਂ ਆ ਗਈਆਂ, ਉਹਨਾਂ ਨੇ ਹੱਥ ਉੱਤੇ ਰੱਖਿਆ, ਉਹ ਸਟੋਵ ਹਿੱਲੇ ਹੁੱਲੇ ਹੀ ਨਾ। ਮਹਾਂਪੁਰਖ ਕਹਿੰਦੇ ਬੁਲਾਓ ਇਸ ਨੂੰ, ਕਰੋ ਭਾਈ। ਬਾਬਾ ਕਰਤਾਰ ਸਿੰਘ ਜੀ ਮੁਕਤਸਰ ਸਾਹਿਬ ਦੀ ਗੱਲ ਹੈ, ਕਹਿੰਦੇ ਮਹਾਰਾਜ ਦਾ ਮੁਕਤੀ ਦਾ ਸਰੋਵਰ ਇੱਥੇ, ਤੁਸੀਂ ਕਿਹੜੇ ਕੰਮ ਲੱਗੇ, ਮਹਾਰਾਜ ਦੀ ਸਿੱਖੀ ਧਾਰਨ ਕਰੋ। ਤੇ ਜਿਸ ਵੇਲੇ ਉਹ ਬਜ਼ੁਰਗ ਨੂੰ ਕਿਹਾ ਲੈ ਵੀ ਕਰ ਜੋ ਕਰਨਾ, ਤੇ ਨਹੀਂ ਤੇ ਫਿਰ ਬਚਨ ਮੰਨ। ਉਹ ਮਹਾਂਪੁਰਖਾਂ ਦੇ ਸਾਹਮਣੇ ਕੁਛ ਵੀ ਨਹੀਂ ਹੋਇਆ। ਹੁਣ ਜਿਸ ਵੇਲੇ ਸੂਰਜ ਦੇ ਸਾਹਮਣੇ ਕਿੱਥੋਂ ਜੁਗਨੂ ਜਗਦੇ ਆ। ਮਹਾਂਪੁਰਖ ਕਹਿੰਦੇ ਵੀ ਗੱਲ ਸੁਣੋ, ਤੁਸੀਂ ਤਾਂ ਬਹੁਤ ਮਹਾਰਾਜ ਦੀ ਪਵਿੱਤਰ ਨਗਰੀ ਦੇ ਵਿੱਚ ਇਸ ਤਰ੍ਹਾਂ ਪਖੰਡ ਕੀਤਾ ਹੈ, ਤੁਸੀਂ ਇੰਜ ਕਰੋ ਹੁਣ ਅੰਮ੍ਰਿਤ ਛਕੋ। ਉਹ ਕਹਿੰਦੇ ਸਹਿਮਤ ਹੋ ਗਏ ਸਤਿਪਤਨ, ਕਹਿੰਦੇ ਪਰਿਵਾਰ ਸਮੇਤ ਸਾਰੇ ਅੰਮ੍ਰਿਤ ਛਕੋ, ਨਹੀਂ ਤਾਂ ਕਹਿੰਦੇ ਤੁਸੀਂ ਜਿਹੜਾ ਪਖੰਡ ਕੀਤਾ ਨਾ, ਤੂੰ ਦੇਣਦਾਰ ਹੋ ਗੁਰੂ ਸਾਹਿਬ ਦੇ। ਉਹ ਫਿਰ ਸਾਰੇ ਪਰਿਵਾਰ ਨੂੰ ਫਿਰ ਅੰਮ੍ਰਿਤ ਛਕਾਇਆ। ਦਾਸ ਵੀ 5 ਪਿਆਰਿਆਂ ਸੀ, ਮਹਾਂਪੁਰਖਾਂ ਦੇ ਨਾਲ ਸੇਵਾ ਚਲਾ ਲੈਂਦੀ ਸੀ, ਮਹਾਂਪੁਰਖਾਂ ਦੀ ਕਿਰਪਾ ਸੀ। ਤਾਂ ਇਹ ਦੇਖਿਆ ਵੀ ਵਾਕਿਆ ਸੂਰਜ ਦੇ ਸਾਹਮਣੇ ਤਾਰੇ ਨਹੀਂ ਇਹਦੋਂ ਭੇਸ ਜਾਂਦੀ ਕੋਈ, ਇਹ ਅੱਖਾਂ ਨਾਲ ਦੇਖਣ ਦੀਆਂ ਗੱਲਾਂ ਹਨ। ਸਵਈਆ ਗੋਰਖ ਬੈਨ ਭੰਨੇ ਸੁਣ ਕੇ, ਇਹ ਸਾਰਾ ਕੁਝ ਜਦੋਂ ਮੰਗਲਨਾਥ ਨੇ ਕਿਹਾ ਨਾ, ਤੇ ਗੋਰਖ ਨੇ ਸੁਣਿਆ, ਸੁਣ ਕੇ ਕਹਿੰਦਾ ਹੈ ਤੁਮ ਭਾਖਤ ਸਤ ਥੇ ਕੂਰ ਨਾ ਰਾਈ। ਕਹਿੰਦੇ ਠੀਕ ਹੈ ਮੰਗਲਨਾਥ, ਤੋਂ ਪਹਿਲਾਂ ਜੋ ਕੁਝ ਕਹਿੰਦਾ ਸੀ ਗੁਰੂ ਸਾਹਿਬ ਦਰਸ਼ਨ ਕਰਕੇ ਆਣ ਕੇ ਦੱਸਿਆ ਨਾ, ਤੂੰ ਸੱਚ ਕਹਿੰਦਾ ਸੀ, ਝੂਠ ਨਹੀਂ ਸੀ। ਖਿੰਥੜਾ ਆਏ ਗੁਰੂ ਢਿੱਗ ਤਾਂ ਛਿਨ ਇੱਕ ਖਿੰਥੜਾ ਜੋਗੀ ਸੀ, ਉਹ ਆ ਗਿਆ ਗੁਰੂ ਸਾਹਿਬ ਦੇ ਪਾਸ ਉਸ ਵੇਲੇ, ਬੈਠ ਗਇਓ ਮੁਖ ਬਾਣੀ ਅਲਾਈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਬਚਨ ਕਰਦਾ ਹੈ ਖਿੰਥੜਾ ਜੋਗੀ। ਜੋਗ ਬਿਨਾ ਮਨ ਸੁਧ ਨਾ ਹੋਵਤ, ਕਹਿੰਦਾ ਮਹਾਰਾਜ ਵੀ ਠੀਕ ਹੈ, ਭਾਵੇਂ ਜਿੱਦਾਂ ਮਰਜੀ, ਜੋਗ ਤੋਂ ਬਿਨਾ ਮਨ ਸ਼ੁੱਧ ਨਹੀਂ ਹੁੰਦਾ। ਮਹਾਰਾਜ ਨੂੰ ਫਿਰ ਸਵਾਲ ਕਰਦਾ ਹੈ, ਆਰਸੀ ਜਿਉ ਨਹਿ ਸ਼ਾਰ ਮਲਾਈ। ਇਸ ਪ੍ਰਕਾਰ ਜਿਸ ਤਰ੍ਹਾਂ ਆਰਸੀ ਸ਼ੀਸ਼ਾ ਹੁੰਦਾ ਨਾ ਜੀ, ਤੋ ਜੇ ਉਹਦੇ ਤੇ ਸਵਾਹ ਮਲੀ ਹੋਵੇ ਤੇ ਉਹਦੇ 'ਚ ਦਿਸਦਾ ਨਹੀਂ ਕੁਛ ਵੀ, ਤੇ ਉਸ ਨੂੰ ਸ਼ੁੱਧ ਕਰੀਏ ਤੇ ਫੇਰ ਹੀ ਕੁਛ ਦਿਸਦਾ ਹੈ। ਇਉਂ ਜੋਗ ਦੇ ਨਾਲ ਮਨ ਦਾ ਸ਼ੀਸ਼ਾ ਸਾਫ਼ ਹੁੰਦਾ ਹੈ। ਸਾਧਨ ਕੀਨੋ ਹੈ ਕੌਣ ਸੋ ਜੋਗ, ਤੋ ਕਿਹੜੇ ਸਾਧਨ ਕੀਤੇ ਹਨ ਜੋਗ ਦੇ, ਭਲੀ ਬਿਦ ਸੋ ਮੁਝ ਦੇਹੋ ਬਤਾਈ। ਤੁਸੀਂ ਕਿਹੜਾ ਸਾਧਨ ਕੀਤਾ ਜੋਗ ਦਾ, ਜਿਹਦੇ ਨਾਲ ਮਨ ਸ਼ੁੱਧ ਕੀਤਾ, ਮੈਨੂੰ ਦੱਸੋ। ਕਬਿਤ ਸ੍ਰੀ ਗੁਰੂ ਕਹਿਤ ਪ੍ਰਮਾਣ, ਪ੍ਰਮਾਣ ਕੇ ਕਰਮ ਤੀਨ। ਧੰਨ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ, ਕਹਿੰਦੇ ਭਾਈ 3 ਪ੍ਰਕਾਰ ਦੇ ਕਰਮ ਹਨ। ਪੂਰਕ ਹੈ ਕੁੰਭਕ ਔ ਰੇਚਕ ਬਖਾਨੀਏ। ਉਹ ਪੂਰਕ ਹੈ, ਕੁੰਭਕ ਹੈ ਤੇ ਰੇਚਕ ਹੈ। ਤੁਹਾਡੀ ਜੋਗ ਦੀ ਜੁਗਤੀ ਜਿਹੜੀ ਹੈ ਪੂਰਕ, ਕੁੰਭਕ ਤੇ ਰੇਚਕ। ਇਸ ਪ੍ਰਕਾਰ ਪੂਰਕ ਹੁੰਦਾ ਹੈ ਵੀ ਜਿਸ ਵੇਲੇ ਖੱਬੀ ਸੁਰ ਤੋਂ, ਖੱਬੀ ਨਾਸ ਤੋਂ ਸਾਹ ਉੱਪਰ ਨੂੰ ਖਿੱਚਣਾ ਹੈ, ਇਹ ਹੋ ਗਿਆ ਪੂਰਕ। ਤੇ ਕੁੰਭਕ ਹੈ ਵੀ ਉਸ ਨੂੰ ਫਿਰ ਮੱਥੇ ਵਿੱਚ ਰੋਕ ਲੈਣਾ, ਤੇ ਫਿਰ ਉਸ ਨੂੰ ਸੱਜੀ ਸੁਰ ਤੋਂ ਉਤਾਰਨਾ, ਉਹਨੂੰ ਕਹਿੰਦਾ ਰੇਚਕ। ਇਹ ਪੂਰਕ, ਕੁੰਭਕ, ਰੇਚਕ ਜਿਹੜਾ ਹੈ, ਖੱਬੀ ਸੁਰ ਤੋਂ ਚੜਾ ਕੇ ਮੱਥੇ 'ਚ ਟਿਕਾ ਕੇ ਸੱਜੀ ਤੋਂ ਉਤਾਰਨਾ, ਸੱਜੀ ਤੋਂ ਚੜਾਉਣਾ, ਮੱਥੇ 'ਚ ਟਿਕਾ ਕੇ ਖੱਬੀ ਤੋਂ ਉਤਾਰਨਾ, ਇਹਨੂੰ ਪੂਰਕ, ਕੁੰਭਕ, ਰੇਚਕ ਕਰਿਆ। ਮਹਾਂਪੁਰਖ ਸਮਝਾਇਆ ਕਰਦੇ, ਸੁਨ ਕੇ ਭਗਤ ਭਾਓ ਪੂਰਕ ਕੋ ਕੀਨੋ ਨੀਕੇ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਫਿਰ ਇਹ ਦੇਖ ਲੈ ਤੁਹਾਡੀ ਜੋਗ, ਤੁਸੀਂ ਕਹਿੰਦੇ ਕਿਹੜਾ ਜੋਗ ਕਮਾਇਆ, ਆਹ ਦੱਸਦੇ ਤੈਨੂੰ, ਜਿੱਦਾਂ ਤੁਸੀਂ ਜੋਗ ਕਹੇ ਅਸੀਂ ਆਪਣਾ ਹੀ ਦੱਸਦੇ ਨੇ ਤੁਹਾਨੂੰ। ਸੋ ਕਹਿੰਦੇ ਨੇ ਭਾਈ ਇਸ ਪ੍ਰਕਾਰ, ਪੜ੍ਹ ਦੁਬਾਰਾ ਪੰਕਤੀ। ਸੁਨ ਕੇ ਭਗਤ ਭਾਓ ਪੂਰਕ ਕੋ ਕੀਨੋ ਨੀਕੇ। ਭਲੀ ਪ੍ਰਕਾਰ ਜਿਹੜਾ ਪ੍ਰੇਮਾ ਭਗਤੀ ਨੂੰ ਸੁਣਿਆ, ਸੁਣ ਕੇ ਕਮਾ, ਇਹ ਸਾਡਾ ਪੂਰਕ ਹੈ। ਸਵਾਹ ਚੜਾਉਣਾ ਤੁਸੀਂ ਕਰਦੇ ਹੋ। ਨਾਮ ਲਿਵ ਲਾਈ ਨੀਤ ਕੁੰਭਕ ਪਰਮਾਨੀਐ। ਤੇ ਜਿਹੜੀ ਨਾਮ ਦੇ ਵਿੱਚ ਅਸੀਂ ਨਿਤ ਸੁਰਤ ਲਾਈ ਹੈ, ਇਹ ਸਾਡੀ ਕੁੰਭਕ ਟਿਕਾਉਣਾ ਹੈ। ਤਜੇ ਹੈ ਬੇਕਾਰ ਮਨ ਰੇਚਕ ਵਿਚਾਰ ਲੀਜੈ। ਤੇ ਮਨ 'ਚ ਵਿਚਾਰ ਲੈ, ਜਿਹੜੇ ਵਿਚਾਰ ਕਰਕੇ ਮਨ ਵਿੱਚ ਜਿਹੜੇ ਮਾੜੇ ਫੁਰਨੇ ਕੱਢ ਦਿੱਤੇ, ਰੇਚਕ ਕਰ ਦਿੱਤਾ ਸੀ। ਇਸ ਤਰੀਕੇ ਦੇ ਨਾਲ ਭਗਤੀ ਕੀਤੀ, ਜਿਹੜੀ ਭਗਤੀ ਦੀ ਭਾਵਨਾ ਹੈ,
ਇਹੋ ਹੀ ਸਾਡਾ ਪੂਰਕ ਹੈ। ਸੁਰਤ ਟਿਕਾਉਣੀ ਇਹ ਕੁੰਭਕ ਹੈ, ਮਾੜੇ ਫੁਰਨੇ ਤਿਆਗਣੇ ਰੇਚਕ ਹੈ। ਕਲੀ ਕਾਲ ਬਿਖ ਐਸੋ ਜੋਗ ਗਤ ਦਾਨੀਏ। ਕਲਯੁਗ ਦੇ ਸਮੇਂ ਵਿੱਚ ਆਹ ਯੋਗ ਜਿਹੜਾ ਇਹ ਮੁਕਤੀ ਦੇ ਸਕਦਾ, ਤੁਹਾਡਾ ਯੋਗ ਨਹੀਂ ਹੁਣ ਕਾਮਯਾਬ ਹੋਣਾ। ਖਿੰਥੜਾ ਸੁਨਤ ਹਰਖਾਏ ਲਪਟਾਏ ਪਗ। ਇੰਨੇ ਬਚਨ ਸੁਣ ਕੇ ਖਿੰਥੜਾ ਇੰਨਾ ਖੁਸ਼ ਹੋਇਆ ਨਾ, ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਿਆ। ਗੁਰਮੁਖੀ ਸੀ, ਚੰਗਾ ਹੀ ਬੰਦਾ। ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਕੇ ਨਮਸਕਾਰ ਕੀਤੀ ਇਸਨੇ। ਤੂੰ ਹੈ ਕਰਤਾਰ ਅਵਤਾਰ ਦੰਭ ਹਾਨੀਏ। ਪਖੰਡਾਂ ਨੂੰ ਖੰਡਨ ਕਰਨ ਵਾਲੇ ਕਰਤਾਰ ਪਰਮੇਸ਼ਵਰ ਦਾ ਤੁਸੀਂ ਅਵਤਾਰ ਹੋ ਮਹਾਰਾਜ, ਮੈਂ ਜਾਣ ਲਿਆ ਤੁਹਾਨੂੰ। ਊਰਮ ਬਹੁਰ ਆਇਓ ਧੂਰਮ ਹੈ ਸੰਗ ਜਾ ਕੇ। ਊਰਮ ਤੇ ਧੂਰਮ ਕਹਿੰਦੇ ਇਹ ਦੋ ਜੋਗੀ ਨੇ। ਇਹ ਫਿਰ ਆਏ ਗੁਰੂ ਸਾਹਿਬ ਦੇ ਕੋਲ। ਬੂਝੈ ਮਨ ਬਾਸ ਕਹਾਂ ਪੌਣ ਰਹੇ ਥਾਨ ਕੋ। ਮਹਾਰਾਜ ਮਨ ਕਿੱਥੇ ਵਸਦਾ ਹੈ ਤੇ ਪੌਣ ਕਿੱਥੇ ਟਿਕਦੀ ਹੈ, ਇਹ ਦੱਸੋ। ਕੌਣ ਹੋ ਨਰੇਸ਼ ਕੌਣ ਸਚਵ ਬਤਾਏ ਮੋਹੇ। ਮੈਨੂੰ ਦੱਸੋ ਵੀ ਰਾਜਾ ਕੌਣ ਹੈ ਤੇ ਵਜ਼ੀਰ ਕੌਣ ਹੈ। ਇਹ ਮਹਾਰਾਜ ਸਾਡੇ ਸਵਾਲਾਂ ਦਾ ਜਵਾਬ ਦਿਓ। ਕੈਸੇ ਪਰੇ ਬੰਦ ਕੈਸੇ ਕੰਧ ਨਹਿ ਹਾਨ ਕੋ। ਤੇ ਕਿਸ ਤਰੀਕੇ ਨਾਲ ਬੰਧਨ ਪੈਂਦੇ ਨੇ ਤੇ ਕਿਸ ਤਰੀਕੇ ਨਾਲ ਕੰਧ ਜਿਹੜਾ ਸਰੀਰ ਹੈ ਇਹ ਸਿੱਜਦਾ ਨਹੀਂ ਹੈ, ਬੁੱਢਾ ਨਹੀਂ ਹੁੰਦਾ। ਇਸ ਪ੍ਰਕਾਰ ਇਹ ਜਵਾਬ ਦਿਓ। ਕੋ ਹੈ ਗੁਰੂ ਚੇਲੋ ਕੌਣ ਸੁਖਦਾਈ ਭੌਣ ਕੌਣ। ਸੁੱਖਾਂ ਦਾ ਘਰ ਕਿਹੜਾ ਤੇ ਗੁਰੂ ਕਿਹੜਾ ਹੈ ਤੇ ਚੇਲਾ ਕਿਹੜਾ ਹੈ, ਇਹ ਮਹਾਰਾਜ ਦੱਸੋ। ਮਾਇਆ ਮੋਹ ਟੁੱਟੈ ਕੈਸੇ। ਮਾਇਆ ਦਾ ਮੋਹ ਜਿਹੜਾ ਹੈ ਇਹ ਕਿੱਦਾਂ ਅੰਦਰੋਂ ਟੁੱਟ ਸਕਦਾ ਹੈ, ਇਹ ਦੱਸੋ। ਕਰੀਏ ਬਖਾਨ ਕੋ। ਤੋ ਸਾਨੂੰ ਬਖਿਆਨ ਕਰਕੇ ਮਹਾਰਾਜ ਇਹ ਸਮਝਾਓ ਜੀ। ਲੇਹੋ ਸੀਖ ਗੋਰਖ ਕੀ ਮਾਨੀਏ ਬਚਨ ਮਮ। ਸਾਡੇ ਬਚਨ ਮੰਨ ਲਓ ਤੇ ਗੋਰਖ ਦੀ ਸਿੱਖਿਆ ਲਓ। ਇਹ ਤਾਂ ਗੱਲਾਂ ਦਾ ਤੁਹਾਨੂੰ ਪਤਾ ਲੱਗਣਾ ਹੈ ਜਿਹੜੀਆਂ ਅਸੀਂ ਕਹੀਆਂ ਨੇ। ਪਾਈਏ ਪਰਮ ਪਦ ਜਾ ਕੇ ਨਾ ਸਮਾਨ ਕੋ। ਪਰਮ ਪਦਮੀ ਨੂੰ ਪ੍ਰਾਪਤ ਕਰ ਲਓਗੇ ਜਿਹਦੇ ਬਰਾਬਰ ਹੋਰ ਕੋਈ ਨਹੀਂ ਹੈ। ਕਬਿਤ ਹਿਰਦੇ ਮਨ ਬਾਸ ਜਾਨ ਨਾਭ ਬਿਖੇ ਪੌਣ ਥਾਨ। ਕਹਿੰਦੇ ਨੇ ਭਾਈ ਇਸ ਪ੍ਰਕਾਰ ਮਨ ਜਿਹੜਾ ਇਹ ਵਸਦਾ ਹਿਰਦੇ ਵਿੱਚ। ਮਨ ਦਾ ਵਾਸਾ ਕਿੱਥੇ ਆ? ਦਿਲ ਦੇ ਵਿੱਚ। ਹਿਰਦਾ ਦਿਲ ਨੂੰ ਕਹਿੰਦੇ ਨੇ। ਤੋ ਮਨ ਜਿਹੜਾ ਹੈ ਉਹ ਇਸ ਪ੍ਰਕਾਰ ਹਿਰਦੇ ਵਿੱਚ ਵਸਦਾ ਹੈ ਤੇ ਜਿਹੜੀ ਪੌਣ ਹੈ ਇਹ ਨਾਭੀ 'ਚ ਵਸਦੀ ਹੈ। ਮਨ ਹੈ ਨਰੇਸ਼ ਪ੍ਰਾਨ ਸਚਵ ਬਖਾਨੀਏ। ਮਨ ਰਾਜਾ ਹੈ, ਜਿਹੜੇ ਪ੍ਰਾਣ ਨੇ ਇਹ ਵਜ਼ੀਰ ਹਨ ਸਾਡੇ ਸਰੀਰ ਦੇ ਵਿੱਚ। ਵਿਖੇ ਕੇ ਵਿਕਾਰ ਰਚ ਬੰਧਨ ਪਰਤ ਜੋ। ਵਿਸ਼ਿਆਂ ਵਿਕਾਰਾਂ ਵਿੱਚ ਪੈਂਦਾ ਜਿਹੜਾ ਉਸ ਨੂੰ ਬੰਧਨ ਪੈਂਦੇ ਹਨ। ਦਸਵੇਂ ਦਰ ਪੌਣ ਰਹੇ ਕੰਧ ਨਹਿ ਹਾਨੀਏ। ਦਸਮ ਦੁਆਰ ਦੇ ਵਿੱਚ ਜੇ ਪ੍ਰਾਣ ਟਿਕ ਜਾਣ ਤੇ ਸਰੀਰ ਸਿੱਜਦਾ ਹੀ ਨਹੀਂ ਹੈ। ਜਦੋਂ ਦਸਵੇਂ ਦੁਆਰ ਪ੍ਰਾਣ ਟਿਕ ਜਾਣ। ਗੁਰੂ ਹੈ ਸ਼ਬਦ ਧੁਨ ਚੇਲਾ ਹੈ ਸੁਰਤ ਤੇਹ। ਤੋ ਕਹਿੰਦੇ ਜਿਹੜਾ ਸ਼ਬਦ ਹੈ ਇਹ ਗੁਰੂ ਹੈ ਤੇ ਸ਼ਬਦ ਦੀ ਧੁਨ ਦੇ ਵਿੱਚ ਜੋ ਸੁਰਤ ਜੋੜਨੀ ਇਹ ਚੇਲਾ ਬਣਾਉਣੀ ਹੈ। ਕਹਿੰਦੇ ਇਹ ਗੁਰੂ ਤੇ ਚੇਲੇ ਦਾ ਸੰਬੰਧ ਹੈ। ਧਾਮ ਸੁਖਦਾਈ ਤੁਰੀ ਪਦਵੀ ਪਰਮਾਨੀਏ। ਤੇ ਇਹ ਸੁਖਦਾਈ ਧਾਮ ਜਿਹੜਾ ਪ੍ਰਾਪਤ ਹੁੰਦਾ ਹੈ ਇਹ ਪਦਵੀ ਨੂੰ ਮੰਨ ਲਿਆ ਤੂੰ ਸੁਖ ਦੇਣ ਵਾਲੀ ਹੈ। ਗਿਆਨ ਹੋਏ ਆਵੇ ਮਾਇਆ ਮੋਹ ਟੂਟ ਜਾਵੇ ਤਬ। ਜਦੋਂ ਹਿਰਦੇ ਵਿੱਚ ਗਿਆਨ ਸੱਚ ਦਾ ਹੋ ਜਾਂਦਾ, ਮਾਇਆ ਦਾ ਮੋਹ ਟੁੱਟ ਜਾਂਦਾ। ਹਿਰਦੇ 'ਚ ਗਿਆਨ ਜਦੋਂ ਆ ਜਾਂਦਾ ਹੈ ਵਾਹਿਗੁਰੂ ਦਾ। ਦੇਵੋ ਸੀਖ ਸਿੱਧਨ ਸਭਨ ਪਹਿਚਾਨੀਏ। ਤੇ ਮਹਾਰਾਜ ਕਹਿੰਦੇ ਤੁਹਾਨੂੰ ਸਾਰੇ ਸਿੱਧਾਂ ਨੂੰ ਅਸੀਂ ਸਿੱਖਿਆ ਦਿੰਨੇ ਭਾਈ, ਚੰਗੀ ਤਰ੍ਹਾਂ ਪਛਾਣ ਲਓ। ਇਹ ਜੇ ਉਪਦੇਸ਼ ਧਾਰਨ ਕਰੋਗੇ ਤੁਹਾਡਾ ਭਲਾ ਹੋ ਜਾਏਗਾ। ਸਵਈਆ ਧੰਗਰ ਪੁੱਛਤ ਸ੍ਰੀ ਗੁਰ ਸੋ। ਫਿਰ ਧੰਗਰ ਦੀ ਵਾਰੀ ਆ ਗਈ। ਗੁਰੂ ਸਾਹਿਬ ਪੁੱਛਦਾ ਸਵਾਲ ਕਰਕੇ, ਤੁਝ ਕੌਣ ਪਿਤਾ ਕਹੋ ਕੋ ਮਹਤਾਰੀ। ਤੁਹਾਡਾ ਪਿਤਾ ਕੌਣ ਹੈ ਜੀ, ਮਾਤਾ ਕੌਣ ਹੈ? ਜੋਗੀ ਕੇ ਭੋਗੀ ਕੇ ਸੋਗੀ ਕਿਦੋਂ ਹਰਖੀ ਰਹੇ ਹੋ। ਤਾਂ ਤੁਸੀਂ ਇਸ ਪ੍ਰਕਾਰ ਜੋਗੀ ਹੋ, ਭੋਗੀ ਹੋ, ਰੋਗੀ ਹੋ, ਸੋਗੀ ਹੋ, ਕਿਹੜੀ ਅਵਸਥਾ 'ਚ ਰਹਿੰਦੇ ਹੋ ਜੀ? ਕਹੋ ਸਾਚ ਉਚਾਰੀ। ਸਾਡੇ ਕੋਲ ਸੱਚੀ ਗੱਲ ਕਹਿਓ। ਕਹਿੰਦੇ ਦੇਖ ਲਓ ਜੋਗੀ ਆ, ਸਾਨੂੰ ਪਤਾ ਲੱਗ ਜਾਂਦਾ ਹੈ। ਕੋ ਪ੍ਰਕਾਸ਼ ਜੰਜਾਰ ਮਿਟਾ ਪੁਨ ਕਹਿਤੇ ਉਜਲ ਬੁੱਧ ਤੁਮਾਰੀ। ਤੋ ਤੁਹਾਡੀ ਉਜਲ ਬੁੱਧ ਕਾਦੇ ਨਾਲ ਹੋਈ ਹੈ? ਕਿੱਥੋਂ ਇਸ ਪ੍ਰਕਾਰ ਅੰਦਰ ਹਿਰਦੇ 'ਚ ਪ੍ਰਕਾਸ਼ ਕਿਸ ਤਰ੍ਹਾਂ ਹੁੰਦਾ ਹੈ? ਗੋਰਖ ਕੇ ਉਪਦੇਸ਼ ਲੀਏ ਜਗ ਦੇਹ ਅਜੀਤ
ਰਤੇ ਰਰੇ ਨਹਿ ਹਾਰੀ। ਤੋ ਇਸ ਪ੍ਰਕਾਰ ਗੋਰਖ ਦਾ ਉਪਦੇਸ਼ ਲੈ ਕਰਕੇ ਜਿਹੜਾ ਉਸ ਉਪਦੇਸ਼ ਨੂੰ ਰਰੇ ਉਚਾਰਨ ਕਰੇ ਉਹ ਹਮੇਸ਼ਾ ਜਿੱਤ ਪ੍ਰਾਪਤ ਕਰਦਾ, ਹਾਰਦਾ ਨਹੀਂ ਹੈ। ਪੰਕਜ ਲੋਚਨ ਬੈਨ ਕਹੇ ਪਿਤ ਮੋਹ ਸੰਤੋਖ ਖਿਮਾ ਸੁਭ ਮਾਈ। ਤੇ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਮ ਸਰੀਖੇ ਨੇਤਰਾਂ ਵਾਲੇ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਨੇ ਸੰਤੋਖ ਸਾਡਾ ਪਿਤਾ ਹੈ, ਇਸ ਪ੍ਰਕਾਰ ਸ਼ਾਂਤੀ ਸਾਡੀ ਮਾਤਾ ਹੈ, ਖਿਮਾ ਮਾਤਾ ਹੈ। ਭੋਗ ਮੈਂ ਜੋਗ ਨਾ ਸੋਗ ਕਰੂੰ। ਇਸ ਪ੍ਰਕਾਰ ਸੋ ਭੋਗ ਦੇ ਵਿੱਚ ਜੋਗ ਕਰਦੇ ਹਾਂ, ਕੋਈ ਸੋਗ ਚਿੰਤਾ ਨਹੀਂ ਹੈ। ਹਰਖੋਂ ਨਹਿ ਨੀਰ ਜਿਉ ਕੰਜ ਰਹਾਈ। ਤੋ ਅਸੀਂ ਕਹਿੰਦੇ ਨਾ ਖੁਸ਼ ਹੁੰਦੇ ਆ ਨਾ ਨਿਰਾਸ਼ ਹੁੰਦੇ ਆ, ਜਿਸ ਤਰ੍ਹਾਂ ਕਮਲ ਪਾਣੀ 'ਚ ਖਿੜਿਆ ਰਹਿੰਦਾ ਐਵੇਂ ਖਿੜੇ ਹੀ ਰਹਿੰਦੇ ਹਾਂ। ਜੰਜਾਰ ਓੰਕਾਰ ਪ੍ਰਕਾਸ਼ ਮਿਟੇ। ਜਿੰਨੇ ਵੀ ਇਸ ਪ੍ਰਕਾਰ ਜੰਜਾਲ ਹਨ ਪ੍ਰਕਾਸ਼ ਦੇ ਨਾਲ ਸਾਰੇ ਮਿਟ ਜਾਂਦੇ ਹਨ। ਗੁਰ ਕੋ ਮਿਲ ਉਜਲ ਬੁੱਧ ਸੁਹਾਈ। ਤੋ ਗੁਰੂ ਨੂੰ ਮਿਲ ਕਰਕੇ ਉਜਲ ਬੁੱਧੀ ਸਾਡੀ ਸੋਭਨੀਕ ਹੋਈ ਹੈ। ਗੋਰਖ ਤੋ ਸੰਗ ਓ ਸਭ ਹੀ ਸਿੱਧ। ਤੋ ਗੋਰਖ ਤੇ ਹੋਰ ਸਾਰੇ ਜਿਹੜੇ ਸਿੱਧ ਸਨ ਦੇਵੋ ਗੋ ਉਪਦੇਸ਼ ਬਨਾਈ। ਮਹਾਰਾਜ ਕਹਿੰਦੇ ਗੋਰਖ ਤੇ ਤੁਹਾਨੂੰ ਸਾਰੇ ਹੀ ਸਿੱਧਾਂ ਨੂੰ ਸ਼ੁਭ ਉਪਦੇਸ਼ ਦੇ ਕੇ ਹੀ ਜਾਵਾਂਗੇ ਅਸੀਂ। ਦੋਹਰਾ ਪੁਨ ਗੋਰਖ ਸਮਝੀ ਹਿਰਦੈ। ਫੇਰ ਕਹਿੰਦੇ ਗੋਰਖ ਨੇ ਮਨ ਵਿੱਚ ਇਉਂ ਸਮਝਿਆ, ਅਦਗ ਬਭੂਤ ਦਿਖਾਏ। ਬੜੀਆਂ ਵਿਭੂਤੀਆਂ ਦਿਖਾਈਆਂ। ਆਨੋ ਨਿਜ ਮਾਰਗ ਵਿਖੈ। ਮਨ 'ਚ ਸੋਚਦਾ ਗੁਰੂ ਸਾਹਿਬ ਨੂੰ ਆਪਣੇ ਮਾਰਗ ਵਿੱਚ ਜੋਗ ਮਤ ਵਿੱਚ ਲੈ ਆਵਾਂ। ਮਨ ਹੈ ਲੁਭਾਏ। ਤੇ ਮਨ ਵਿੱਚ ਲੁਭਾਏ ਮਨ ਹੋ ਕਰਕੇ ਤੇ ਕਹਿੰਦੇ ਸਾਡੀ ਗੱਲ ਮੰਨ ਲੈਣਗੇ ਗੁਰੂ ਸਾਹਿਬ ਜੀ। ਖੱਪਰ ਦਿੱਤਾ ਨਾਥ ਨੇ। ਨਾਥ ਨੇ ਕਹਿੰਦੇ ਆਪਣੇ ਹੱਥੋਂ ਖੱਪਰ ਦਿੱਤਾ ਨਾਥ ਜੀ। ਮਹਾਰਾਜ ਸਤਿਗੁਰੂ ਨੂੰ ਇੱਕ ਖੱਪਰ ਦਿੱਤਾ, ਕਹਿੰਦੇ ਜਾਓ ਤਾਲ ਸਰੋਵਰ 'ਚੋਂ ਪਾਣੀ ਭਰ ਕੇ ਲਿਆਓ। ਆਪਣੀ ਸ਼ਕਤੀ ਨਾਲ ਹੀਰੇ ਜਵਾਹਰਾਤ ਬਣਾ ਸਾਰਾ ਛੱਪੜ ਪਾਣੀ ਖਤਮ ਕਰ ਦਿੱਤਾ। ਉਹ ਜ਼ਿਕਰ ਕਰਦੇ ਹਨ, ਬਾਲੇ ਤਾਲ ਬਲੋਕ। ਕਹਿੰਦੇ ਬਾਲਾ ਜੀ ਹੈ ਬਾਲ ਕੇ ਉਹ ਸਰੋਵਰ ਦੇਖ ਤਾਲ ਪਾਣੀ ਦਾ। ਪਾਣੀ ਆਨੋ ਤਹਾਂ ਤੇ। ਉੱਥੋਂ ਜਾ ਕਰਕੇ ਪਾਣੀ ਲੈ ਕਰਕੇ ਆਓ। ਪੂਜੇ ਸਦਾ ਅਸ਼ੋਕ। ਤੇ ਸਦਾ ਚਿੰਤਾ ਤੋਂ ਰਹਿਤ ਹੋ ਜਾਓਗੇ ਤੁਸੀਂ। ਲੈ ਕਰ ਗਮਨੇ ਤਾਲ ਢਿਗ। ਮੇਰੇ ਸਤਿਗੁਰੂ ਜੀ ਸਰੋਵਰ ਦੇ ਕੋਲ ਉਸ ਤਾਲ ਦੇ ਕੋਲ ਗਏ ਹਨ ਲੈ ਕੇ ਖੱਪਰ ਭਾਂਡਾ ਇਹਨਾਂ ਦਾ। ਮਾਣਕ ਲਾਲ ਵਿਸਾਲ। ਤੇ ਜਾ ਕੇ ਕੀ ਤੱਕਿਆ ਲਾਲ ਤੇ ਮਾਣਕ ਮੋਤੀਆਂ ਨਾਲ ਹੀ ਭਰਿਆ ਪਾਣੀ ਹੈ ਹੀ ਨਹੀਂ। ਪੂਰਨ ਸਰ ਅਵਲੋਕ ਕੈ। ਸਾਰਾ ਹੀ ਸਰੋਵਰ ਹੀਰੇ ਮੋਤੀਆਂ ਨਾਲ ਭਰਿਆ ਵੇਖ ਕਰਕੇ ਠਾਂਡੇ ਰਹੇ ਕਿਰਪਾਲ। ਮੇਰੇ ਸਤਿਗੁਰੂ ਪਾਤਸ਼ਾਹ ਖੜੇ ਰਹੇ ਹਨ। ਜਗਮਗ ਕਰਤ ਹੈ। ਸਾਰੇ ਹੀ ਹੀਰੇ ਮੋਤੀ ਜਗਮਗ ਕਰਦੇ ਹਨ। ਤਹਾਂ ਜਵਾਹਿਰ ਪੂਰ। ਬੜੇ ਜਵਾਹਰਾਤ ਤੇ ਹੀਰੇ ਲਾਲ ਜਿਹੜੇ ਚਮਕਦੇ ਹਨ। ਗੋਰਖ ਕੋ ਛਲ ਜਾਣ ਕੈ। ਮਹਾਰਾਜ ਨੇ ਜਾਣ ਲਿਆ ਗੋਰਖ ਨੇ ਛਲ ਕੀਤਾ ਹੈ, ਆਪਣੀ ਸ਼ਕਤੀ ਦਿਖਾਈ ਹੈ। ਹਟ ਆਏ ਜਗ ਮੂਰ। ਜਗਤ ਦੇ ਮੁੱਢ ਰੂਪ ਗੁਰੂ ਨਾਨਕ ਸਾਹਿਬ ਜੀ ਵਾਪਸ ਆ ਗਏ, ਖਾਲੀ ਠੂਠਾ ਲੈ ਕੇ ਇਹਨਾਂ ਦਾ। ਕਹਿਓ ਆਨ ਤਹ ਨੀਰ ਨਹਿ। ਮਹਾਰਾਜ ਕਹਿੰਦੇ ਭਾਈ ਸੋ ਪਾਣੀ ਠੌਰ ਨਹੀਂ ਉਸ ਤਾਲਾ। ਭਾਈ ਗੁਰਦਾਸ ਸਾਹਿਬ ਨੇ ਲਿਖਿਆ ਇਸ ਜ਼ਿਕਰ ਨੂੰ, ਕਹਿੰਦੇ ਮਹਾਰਾਜ ਆਣ ਕੇ ਕਹਿੰਦੇ ਵੀ ਉੱਥੇ ਪਾਣੀ ਹੈ ਨਹੀਂ, ਪੈਸੇ ਨਹੀਂ ਪਾਣੀ ਲਿਆਂਦਾ। ਖੱਪਰ ਲੇਹੋ ਸੰਭਾਲ। ਆ ਲਓ ਆਪਣਾ ਖੱਪਰ ਭਾਈ ਖਾਲੀ ਦਾ ਖਾਲੀ, ਅਸੀਂ ਨਹੀਂ ਲਿਆਂਦਾ ਉੱਥੋਂ ਕੁਝ ਵੀ। ਬੈਠੇ ਬਹੁਰ ਸਮੀਪ ਹੋਵੇ। ਫਿਰ ਸਤਿਗੁਰੂ ਜੀ ਦੇ ਨੇੜੇ ਹੋ ਕਰਕੇ ਸਾਰੇ ਬੈਠ ਗਏ ਹਨ। ਸ੍ਰੀ ਗੁਰ ਦੀਨ ਦਇਆਲ। ਗਰੀਬਾਂ ਤੇ ਦਇਆ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਬੈਠ ਕੇ ਕਿਰਪਾ ਕੀਤੀ ਹੈ। ਦੋਹਰਾ ਮਨ ਮੁਖਕ ਬਿਲ ਬਾਸਨਾ। ਕਹਿੰਦੇ ਬਾਸ਼ਨਾ ਰੂਪ ਬਿਲ ਖੁੱਡ ਹੈ, ਮਨ ਰੂਪ ਚੂਹਾ ਹੈ। ਪਕਰੇ ਕੌਣ ਉਪਾਏ। ਭਾਈ ਉਸ ਨੂੰ ਕਿਸ ਯਤਨ ਦੇ ਨਾਲ ਪਕੜੀਏ ਫੜੀਏ। ਪਾਰਦ ਸ੍ਰੀ ਗੁਰ ਪ੍ਰੇਮ ਪਗ। ਤੋ ਮੇਰੇ ਸਤਿਗੁਰੂ ਦੇ ਚਰਨਾਂ ਦਾ ਜਿਹੜਾ ਪ੍ਰੇਮ ਹੈ ਇਹੀ ਪਾਰਾ ਹੈ। ਪਿਆਵਹੁ ਹੋਵੇ ਥਿਰ ਥਾਏ। ਕਹਿੰਦੇ ਉਸ ਨੂੰ ਪਿਆ ਦਈਏ ਤੇ ਆਪੇ ਟਿਕ ਜਾਂਦਾ, ਫਿਰ ਭੱਜਦਾ ਹੀ ਨਹੀਂ ਚੂਹਾ। ਸ੍ਰੀ ਬਾਲਾ ਸੰਦਰ ਵਾਚ। ਇਸ ਪ੍ਰਕਾਰ ਭਾਈ ਬਾਲਾ ਜੀ ਸੰਧੂ ਗੋਤ ਵਾਲੇ ਵਾਚ ਕਥਨ ਕਰਦੇ ਹਨ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਸਮੇਂ ਅਨੁਸਾਰ ਜਿਹੜਾ ਹੈ ਅਸੀਂ ਸੋ ਇਸ ਪ੍ਰਕਾਰ ਪ੍ਰਸੰਗ ਦੇ ਵਿੱਚ ਸੋ ਯਤਨ ਕਰਾਂਗੇ ਜੁੜਨ ਦਾ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅੱਗੇ ਆਪਾਂ ਗੁਰੂ ਪਾਤਸ਼ਾਹ ਦਾ ਜਸ ਕਰ ਸੁਣ ਸਕੀਏ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਪਾਵਨ ਪਵਿੱਤਰ ਸੋਹਣਾ ਸੁਭ ਗਿਆਨ ਜੋ ਸਤਿਗੁਰੂ ਪਾਤਸ਼ਾਹ ਨੇ ਸਿੱਧਾਂ ਦੇ ਪਰਥਾਏ, ਜੋ ਮਹਾਰਾਜ ਨੇ ਬਖਸ਼ਿਸ਼ ਕੀਤਾ, ਸਾਨੂੰ ਵੀ ਉਹੀ ਮਹਾਰਾਜ ਦਾ ਗਿਆਨ ਹੈ। ਸਤਿਗੁਰਾਂ ਦਾ ਬਖਸ਼ਿਆ ਹੋਇਆ ਗਿਆਨ ਸਾਡੇ ਹਿਰਦੇ 'ਚ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਵਿਆਪੇ ਮੇਲੇ ਦੇ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਦੋਰੇ ਪੜ੍ਹ
ਦੋਹਰਾ ਮਨ ਮੂਖਕ ਬਿਲ ਬਾਸੁਨਾ ਪਕਰੇ ਕੌਣ ਉਪਾਈ ਪਾਰਦ ਸ੍ਰੀ ਗੁਰ ਪ੍ਰੇਮ ਪਗ ਪਾਵਾ ਪਿਆਵੋ ਹੋਵੈ ਥਿਰ ਥਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।